Jesus power, Jesus power। ਪ੍ਰਭੂ ਯਿਸੂ ਨਾਸਰੀ ਦੇ ਪਵਿੱਤਰ ਨਾਮ ਵਿੱਚ ਵੱਖ-ਵੱਖ ਸਥਾਨਾਂ ਤੇ ਇਸ ਮਾਧਿਅਮ ਦੇ ਦੁਆਰਾ ਯਿਸੂ ਮਸੀਹ ਦੇ ਪਵਿੱਤਰ ਆਤਮਾ ਦੇ ਦੁਆਰਾ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਇਸ ਵਕਤ ਭਾਵੇਂ ਵੱਖ-ਵੱਖ ਥਾਵਾਂ ਤੇ ਹਾਂ, ਵੱਖ-ਵੱਖ ਸਥਾਨਾਂ ਤੇ ਹਾਂ, ਪਰ ਖੁਦਾ ਦਾ ਰੂਹ ਸਾਡੇ ਵਿੱਚ ਇੱਕੋ ਹੀ, ਔਰ ਉਸ ਰੂਹ ਦੇ ਦੁਆਰਾ, ਉਸ ਆਤਮਾ ਦੇ ਵਸੀਲੇ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ। ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਹੈ, ਉਹਨੇ ਸਾਨੂੰ ਇੱਕੋ ਹੀ ਆਤਮਾ ਪਿਆਇਆ ਹੈ, ਇੱਕੋ ਹੀ ਆਤਮਾ ਉਹਨੇ ਸਾਨੂੰ ਦਿੱਤਾ ਹੈ, ਇੱਕੋ ਹੀ ਸਰੀਰ ਉਹਨੇ ਸਾਨੂੰ ਦਿੱਤਾ ਹੈ, ਔਰ ਇੱਕੋ ਹੀ ਲਹੂ ਉਹਨੇ ਸਾਡੇ ਅੰਦਰ ਪਾਇਆ। ਔਰ ਪ੍ਰਭੂ ਦਾ ਧੰਨਵਾਦ ਆ ਕਿ ਸਾਨੂੰ ਉਹਨੇ ਇੱਕ ਸਰੀਰ ਬਣਾਇਆ ਹੈ, ਔਰ ਇਹ ਸਰੀਰ ਦੀ ਇਹ ਖੂਬੀ ਹੈ ਕਿ ਇਹਦਾ ਇੱਕ ਅੰਗ ਕੋਈ ਕਿਤੇ ਹੈ, ਦੂਸਰਾ ਅੰਗ ਕਿਤੇ ਹੈ, ਤੀਸਰਾ ਅੰਗ ਕਿਤੇ, ਪਰ ਉਹ ਸਾਰੇ ਇੱਕ ਸਰੀਰ ਹਨ। ਔਰ ਖੁਦਾਵੰਦ ਦਾ ਧੰਨਵਾਦ ਆ, ਅਸੀਂ ਸਾਰੇ ਭਾਵੇਂ ਕਿਤੇ ਵੀ ਹੋਈਏ, ਯਿਸੂ ਦੇ ਨਾਮ ਵਿੱਚ ਇੱਕ ਸਰੀਰ ਹਾਂ। ਔਰ ਆਓ ਸਾਰੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕਰਦੇ ਹੋਏ ਪ੍ਰਾਰਥਨਾ ਕਰੀਏ, ਤਾਂ ਕਿ ਅੱਜ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਸਿੱਖ ਸਕੀਏ। ਸਾਮਰਥੀ 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 ਪਰਮੇਸ਼ਵਰ, ਸਾਡੇ ਉਦਾਰਕਰਤਾ ਪ੍ਰਭੂ ਯਿਸੂ ਨਾਸਰੀ ਦੇ ਪਵਿੱਤਰ ਨਾਮ ਵਿੱਚ ਤੇਰੀ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ। ਐ ਖੁਦਾਵੰਦ, ਤੇਰੇ ਮਹਾਨ ਨਾਮ ਨੂੰ ਮਹਿਮਾ ਦਿੰਦੇ ਹੋਏ ਤੇਰੀ ਹਜ਼ੂਰੀ 'ਚ ਅਧੀਨ ਹੋ ਕੇ ਪ੍ਰਾਰਥਨਾ ਕਰਦੇ ਹਾਂ। ਐ ਖੁਦਾਵੰਦ, ਸਭ ਨਾਲ ਬਾਤਚੀਤ ਕਰ ਪ੍ਰਭੂ, ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇ ਪ੍ਰਭੂ, ਸਾਰਿਆਂ ਦੇ ਮਸਲਿਆਂ ਨੂੰ ਹੱਲ ਕਰ ਖੁਦਾਵੰਦ, ਔਰ ਸਭ ਦੇ ਅੰਦਰਲੇ ਜੋ ਬੰਧਨ ਆ ਖੁੱਲ੍ਹ ਜਾਣ ਪ੍ਰਭੂ ਜੀ, ਔਰ ਸਭ ਨਵੇਂ ਨਰੋਏ ਹੋ ਜਾਣ ਯਿਸੂ ਦੇ ਨਾਮ ਵਿੱਚ, ਔਰ ਸਭ ਵਧੀਆ ਬਣ ਜਾਣ ਯਿਸੂ ਦੇ ਨਾਮ ਵਿੱਚ, ਔਰ ਸਭੋ ਸਹੀ ਹੋ ਜਾਣ ਯਿਸੂ ਦੇ ਨਾਮ ਵਿੱਚ, ਔਰ ਸਭੇ ਪ੍ਰਕਾਰ ਦੇ ਹਨੇਰੇ ਦੂਰ ਹੋ ਜਾਣ। ਅੱਜ ਯਿਸੂ ਦਾ ਜਲਾਲ ਰੋਮ ਰੋਮ ਵਿੱਚ ਭਰ ਜਾਏ। ਖੁਦਾਬੰਦ ਅਭਿਸ਼ੇਕ ਕੰਮ ਕਰੇ, ਔਰ ਸਾਰੇ ਯਿਸੂ ਦੇ ਨਾਮ ਵਿੱਚ ਨਵੀਆਂ ਸੋਚਾਂ, ਨਵੇਂ ਖਿਆਲ ਪ੍ਰਾਪਤ ਕਰਨ, ਔਰ ਖੁਦਾਵੰਦ ਤੇਰੇ ਅੱਜ ਦੇ ਜਿੰਦਾ ਵਚਨ ਦੇ ਅਨੁਸਾਰ ਸਭ ਦੀ ਮਨੋਦਸ਼ਾ ਹੋ ਜਾਏ, ਔਰ ਸਭ ਦੀ ਜ਼ਿੰਦਗੀ ਹੋ ਜਾਏ, ਔਰ ਸਭ ਪੂਰਨ ਇਮਾਨਦਾਰ ਹੋ ਜਾਣ, ਤੇਰੇ ਪ੍ਰਤੀ ਇਮਾਨਦਾਰ ਹੋ ਜਾਣ, ਔਰ ਸਾਰਾ ਭਵਿੱਖ ਉਜਵਲ ਹੋਵੇ। ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ ਹੋਵੇ, ਕਿਰਪਾ। ਇਹ ਖੁਦਾਵੰਦ ਤੇਰਾ ਰੂਹ ਸਾਰਿਆਂ 'ਚ ਕਾਰਿਆ ਕਰੇ, ਤੇਰਾ ਰੂਹ ਸਾਰਿਆਂ 'ਚ ਕਾਰਿਆ ਕਰੇ, 100% ਸਾਰਿਆਂ 'ਚ ਕਾਰਿਆ ਕਰੇ, ਔਰ ਸਾਰੇ ਤੇਰੇ ਕਾਰਿਆਂ ਨਾਲ ਭਰ ਜਾਣ। ਧੰਨਵਾਦ, 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 ਧੰਨਵਾਦ। ਇਹ ਸਾਰੀਆਂ ਦੁਆ ਬੇਨਤੀਆਂ ਯਿਸੂ ਨਾਸਰੀ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਮੰਗਦੇ ਹਾਂ। ਆਮੀਨ, ਆਮੀਨ। ਸੋ ਆਪ ਸਭ ਦਾ ਸਵਾਗਤ ਹੈ ਪ੍ਰਭੂ ਯਿਸੂ ਦੇ ਸਾਮਰਥੀ ਨਾਮ ਵਿੱਚ। ਇਸ ਵਕਤ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਕੁਝ ਸਮਾਂ ਪਰਮੇਸ਼ਰ ਦੇ ਵਚਨ ਤੇ ਮਨਨ ਕਰਾਂਗੇ, ਔਰ ਪਰਮੇਸ਼ਰ ਦੇ ਵਚਨ ਨੂੰ ਸਿੱਖਾਂਗੇ। ਅੱਜ ਦਾ ਜੋ ਸਾਡਾ ਸਬਜੈਕਟ ਹੈ ਉਹ ਹੈ ਮਨੁੱਖਾਂ ਤੋਂ ਹੁਸ਼ਿਆਰ ਰਹੋ। ਅੱਜ ਇਸ ਜ਼ਮੀਨ ਦੇ ਉੱਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਰਸਤੇ ਚੱਲਦੇ ਹਾਂ, ਖੁਸ਼ਖਬਰੀ ਨੂੰ ਮੰਨਦੇ ਹਾਂ, ਪਰਮੇਸ਼ਰ ਦੀ ਬੰਦਗੀ ਕਰਦੇ ਹਾਂ, ਯਿਸੂ ਦੇ ਨਾਮ ਵਿੱਚ ਪਰਮੇਸ਼ਰ ਦੀ ਉਪਾਸਨਾ ਕਰਦੇ ਹਾਂ, ਜਦੋਂ ਅਸੀਂ ਇਸ ਬੰਦਗੀ ਦੇ ਵਿੱਚ, ਇਸ ਅਰਾਧਨਾ ਵਿੱਚ, ਔਰ ਇੱਕ ਪ੍ਰਭੂ ਦੀ ਮਹਿਮਾ ਵਾਲਾ ਜੀਵਨ ਜੀਣ 'ਚ ਲੱਗੇ ਹੋਏ ਹਾਂ, ਬਹੁਤ ਸਾਰੀ ਚੀਜ਼ਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਬਹੁਤ ਸਾਰੀਆਂ ਚੀਜ਼ਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ, ਬਹੁਤ ਸਾਰੇ ਹਾਲਾਤਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਔਰ ਸਭ ਤੋਂ ਵੱਧ ਕੇ ਅਸੀਂ ਇਹ ਸਿੱਖਿਆ ਹੈ ਕਿ ਸ਼ੈਤਾਨ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ, ਜੋ ਇਸ ਯੁੱਗ ਦਾ ਈਸ਼ਵਰ ਬਣਿਆ ਹੋਇਆ ਹੈ। ਪਰ ਅੱਜ ਇੱਕ ਆਪਾਂ ਪ੍ਰਭੂ ਦੇ ਵਚਨ 'ਚੋਂ ਇਸ ਵਿਸ਼ੇ ਨੂੰ ਸਿੱਖਾਂਗੇ, ਮਨੁੱਖਾਂ ਤੋਂ ਚੌਕਸ ਰਹੋ, ਮਨੁੱਖਾਂ ਤੋਂ ਹੁਸ਼ਿਆਰ ਰਹੋ। ਜੋ ਪ੍ਰਭੂ ਯਿਸੂ ਮਸੀਹ ਦੇ ਮੂੰਹ ਦਾ ਸ਼ਬਦ ਹੈ, ਅਸੀਂ ਉਹਨੂੰ ਪੜ੍ਹਾਂਗੇ। ਮੱਤੀ ਦੀ ਇੰਜੀਲ ਦਾ 10ਵਾਂ ਅਧਿਆਇ। ਜਦੋਂ ਪ੍ਰਭੂ ਯਿਸੂ ਮਸੀਹ ਨੇ 12 ਰਸੂਲਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਅਖਤਿਆਰ ਦਿੱਤਾ, ਅਤੇ ਉਹਨਾਂ ਨੂੰ ਅਖਤਿਆਰ ਦੇ ਕੇ ਭੇਜਿਆ ਪ੍ਰਭੂ ਨੇ। ਔਰ ਜਦੋਂ ਪ੍ਰਭੂ ਨੇ ਉਹਨਾਂ ਨੂੰ ਭੇਜਿਆ, ਪਰਮੇਸ਼ਰ ਦਾ ਵਚਨ ਦੱਸਦਾ ਹੈ, ਮੱਤੀ ਦੀ ਇੰਜੀਲ 10ਵਾਂ ਅਧਿਆਇ 16-17 ਵਚਨ, ਵੇਖੋ ਮੈਂ ਤੁਹਾਨੂੰ ਭੇਡਾਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ, ਸੋ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। ਪਰ ਮਨੁੱਖਾਂ ਤੋਂ ਚੌਕਸ ਰਹੋ, ਕਿਉਂ ਜੋ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। ਇਹ ਜਿਹੜੀ ਗੱਲਬਾਤ ਹੈ ਪ੍ਰਭੂ ਨੇ ਸਾਨੂੰ ਸਿਖਾਈ ਹੈ ਕਿ ਮੈਂ ਤੁਹਾਨੂੰ ਭੇਡਾਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ। ਪ੍ਰਭੂ ਨੇ ਸਾਡੇ ਲਈ ਭੇਡਾਂ ਸ਼ਬਦ ਵਰਤਿਆ ਹੈ, ਔਰ ਇਸ ਸੰਸਾਰ ਦੇ ਵਿੱਚ ਜੋ ਦੁਸ਼ਟਾਤਮਾ ਨਾਲ ਭਰੇ ਹੋਏ ਲੋਕ ਹਨ, ਜੋ ਮਨੁੱਖ ਹਨ, ਉਹ ਉਹਨਾਂ ਦੇ ਲਈ ਬਘਿਆੜ ਸ਼ਬਦ ਵਰਤਿਆ ਹੈ। ਅੱਜ ਜਿਹੜੀ ਇਹ ਗੱਲ ਹੈ, ਇਸ ਗੱਲ ਨੂੰ ਠੀਕ ਸਮਝਦੇ ਹੋਏ ਅੱਗੇ ਵਧਾਂਗੇ ਕਿ ਇਸ ਸੰਸਾਰ ਦੇ ਵਿੱਚ ਪ੍ਰਭੂ ਨੇ ਸਾਨੂੰ ਇਸ ਤਰੀਕੇ ਨਾਲ ਭੇਜਿਆ ਹੈ ਕਿ ਅਸੀਂ ਭੇਡਾਂ ਹਾਂ
ਅਤੇ ਰਹਿਣਾ ਵਿਗਿਆੜਾਂ 'ਚ ਹੈ, ਅਤੇ ਵਿਗਿਆੜਾਂ ਦੇ ਵਿੱਚ ਕਿੱਦਾਂ ਵਿਚਰਨਾ ਹੈ, ਕਿੱਦਾਂ ਰਹਿਣਾ ਹੈ, ਕਿੱਦਾਂ ਚੱਲਣਾ ਹੈ। ਇਸ ਵਿਸ਼ੇ ਦੇ ਉੱਤੇ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ। ਜੋ ਵਿਰੋਧੀ ਹੈ ਉਹ ਸ਼ੈਤਾਨ ਹੈ, ਪਰ ਕੀ ਇਨਸਾਨ ਸਾਰੇ ਤੁਹਾਡੇ ਪੱਖ 'ਚ ਆ? ਕੀ ਇਨਸਾਨ ਸਾਰੇ ਤੁਹਾਨੂੰ ਹਮੇਸ਼ਾ ਪਰਮੇਸ਼ਰ ਵਿੱਚ ਵਧਾਉਣ ਦੇ ਲਈ ਆ? ਕੀ ਜਿੰਨੀਆਂ ਰੁਕਾਵਟਾਂ ਪੈਂਦੀਆਂ ਸਾਰੀਆਂ ਮਨੁੱਖ ਤੋਂ ਬਿਨਾਂ ਪੈ ਰਹੀਆਂ ਆ? ਨਹੀਂ। ਸ਼ੈਤਾਨ ਜਿੰਨੇ ਵੀ ਕੰਮ ਕਰਦਾ ਆ ਉਹ ਮਨੁੱਖਾਂ ਵਿੱਚ ਦੀ ਕਰਦਾ ਹੈ। ਬਹੁਤ ਥੋੜੇ ਕੰਮ ਉਹ ਡਾਇਰੈਕਟ ਕਰਦਾ ਹੈ, ਪਰ ਬਹੁਤ ਜ਼ਿਆਦਾ ਕੰਮ ਉਹ ਮਨੁੱਖਾਂ ਵਿੱਚ ਦੀ ਕਰਦਾ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਇਸ ਗੱਲ ਨੂੰ ਕਹਿਣ ਤੋਂ ਪਰਹੇਜ਼ ਨਹੀਂ ਕੀਤਾ, ਮਨੁੱਖਾਂ ਤੋਂ ਚੌਕਸ ਰਹੋ। ਇੱਥੇ ਪ੍ਰਭੂ ਨੇ ਜਦੋਂ ਇਹ ਸ਼ਬਦ ਬੋਲਿਆ ਹੈ, ਪ੍ਰਭੂ ਨੇ ਉਸ ਤੋਂ ਪਹਿਲਾਂ ਇਹ ਕਿਹਾ ਹੈ, ਪਰ ਮਨੁੱਖਾਂ ਤੋਂ ਚੌਕਸ ਰਹੋ। ਪ੍ਰਭੂ ਨੇ ਕਿਹਾ, ਮੈਂ ਤੁਹਾਨੂੰ ਭੇਡਾਂ ਵਾਂਗੂ ਬਗਿਆੜਾਂ 'ਚ ਭੇਜਦਾ ਹਾਂ, ਤੁਸੀਂ ਕਬੂਤਰਾਂ ਵਰਗੇ ਭੋਲੇ ਤੇ ਸੱਪਾਂ ਵਰਗੇ ਹੁਸ਼ਿਆਰ ਹੋ। ਭੋਲੇ ਬਣਨਾ ਪਰਮੇਸ਼ਵਰ ਦੇ ਅੱਗੇ, ਪਰ ਇਸ ਸੰਸਾਰ ਦੇ ਵਿੱਚ ਚੱਲਦੇ ਹੋਏ ਸੱਪਾਂ ਵਰਗੀ ਹੁਸ਼ਿਆਰੀ ਰੱਖਣੀ ਪੈਣੀ ਹੈ। ਸੱਪ ਜਿਹੜਾ, ਉਹਦੇ ਵਿੱਚ ਸਭ ਤੋਂ ਵੱਡੀ ਹੁਸ਼ਿਆਰੀ ਆਪਣੇ ਬਚਾਓ ਦੀ ਹੈ। ਸਭ ਤੋਂ ਵੱਡੀ ਹੁਸ਼ਿਆਰੀ ਆਪਣੇ ਬਚਾਓ ਦੀ, ਆਪਣੇ ਬਚਾਓ ਕਰਨ 'ਚ ਬੜਾ ਮਾਰ ਆ। ਇਸ ਦੁਨੀਆ ਦੇ ਰੂੜੀਵਾਦੀ ਲੋਕ ਇਹ ਕਹਿੰਦੇ ਆ ਕਿ ਜ਼ਮੀਨ ਇਹਨਾਂ ਨੂੰ ਥਾਂ ਦੇ ਦਿੰਦੀ ਹੈ। ਜ਼ਮੀਨ ਥਾਂ ਨਹੀਂ ਦਿੰਦੀ ਹੈਗੀ ਇਹਨਾਂ ਨੂੰ। ਇਹਦਾ ਸਰੀਰ ਨਾਲ ਲਚਕੀਲਾ ਆ, ਸਰੀਰ ਨਾਲ ਲਚਕੀਲਾ ਹੈ ਕਿ ਬਹੁਤ ਥੋੜੀ ਜਗ੍ਹਾ ਦੇ ਵਿੱਚ ਵੀ ਵੜ ਜਾਂਦਾ। ਜਿਹੜੀ ਉਹਦੀ ਲਚਕ ਹੈਗੀ, ਉਹਦੀ ਲਚਕ ਜਿਹੜੀ ਆ ਉਹ ਇਦਾਂ ਦੀ ਹੈ ਕਿ ਬਿਲਕੁਲ ਥੋੜੀ ਥਾਂ ਦੇ ਵਿੱਚ ਹੀ ਵੜ ਜਾਂਦਾ ਔਰ ਛੁਪ ਜਾਂਦਾ। ਥਾਂ ਤੂੰ ਕੋਈ ਨਹੀਂ ਦਿੰਦਾ ਹੈਗਾ, ਇਹਦੀ ਖਾਸੀਅਤ ਹੈ ਇਹ। ਹੁਣ ਜਿਹੜੀ ਇਹ ਗੱਲ ਹੈਗੀ ਬੜੀ ਸਪਸ਼ਟ ਰੂਪ ਵਿੱਚ ਇਦਾਂ ਆ, ਪ੍ਰਭੂ ਕਹਿੰਦਾ ਤੁਸੀਂ ਹੁਸ਼ਿਆਰ ਹੋਵੋ। ਕਿਸ ਗੱਲ 'ਚ ਹੁਸ਼ਿਆਰ ਹੋਣਾ? ਆਪਣਾ ਬਚਾਓ ਕਰਨ 'ਚ ਹੁਸ਼ਿਆਰ ਹੋ। ਜੇ ਤੁਸੀਂ ਆਪਣਾ ਬਚਾਓ ਕਰਨ 'ਚ ਹੁਸ਼ਿਆਰ ਹੋਵੋਗੇ, ਤੁਸੀਂ ਬਚ ਜਾਓਗੇ। ਔਰ ਦੂਸਰੀ ਗੱਲ ਹੈ, ਉਹਦੀ ਖਾਸੀਅਤ ਆ ਕਿ ਉਹ ਹਮਲਾ ਕਰਨ 'ਚ ਵੀ ਮਾਸਟਰ ਹੈ। ਜਿਹੜਾ ਸੱਪ ਹੈ ਉਹ ਹਮਲਾ ਕਰਨ 'ਚ ਵੀ ਮਾਸਟਰ ਹੈ। ਮਤਲਬ ਕਹਿਣ ਦਾ ਇਹ ਆ ਕਿ ਆਪਣਾ ਬਚਾਓ ਕਰਨ 'ਚ ਵੀ ਮਾਸਟਰ ਬਣੋ, ਔਰ ਆਪਣਾ ਯਿਸੂ ਮਸੀਹ ਦੇ ਨਾਮ ਵਿੱਚ ਸ਼ੈਤਾਨ ਤੇ ਹਮਲਾ ਕਰਨ 'ਚ ਵੀ ਮਾਸਟਰ ਬਣੋ। ਸ਼ੈਤਾਨ ਤੇ ਪ੍ਰਭੂ ਜਿਤਾ ਦਿੰਦਾ ਹੈ। ਸ਼ੈਤਾਨ ਤੇ ਪ੍ਰਭੂ ਜਿੱਤ ਦਿੰਦਾ ਹੈ। ਪ੍ਰਭੂ ਨੇ ਵਾਅਦੇ ਕੀਤੇ ਆਪਣੇ ਲੋਕਾਂ ਦੇ ਨਾਲ ਕਿ ਮੈਂ ਤੁਹਾਨੂੰ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੱਤਾ, ਸੱਪਾਂ ਤੇ ਠੂਆਂ ਦੇ ਲਤਾੜਨ ਦਾ ਅਖਤਿਆਰ ਦਿੱਤਾ। ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਹੀ ਨਹੀਂ ਕਰੂਗੀ। ਪ੍ਰਭੂ ਨੇ ਲੂਕਾ 10:19 ਵਿੱਚ ਇਹ ਸਾਨੂੰ ਆਸ਼ੀਸ਼ ਦੇ ਦਿੱਤੀ, ਸਾਨੂੰ ਅਧਿਕਾਰ ਦੇ ਦਿੱਤਾ, ਸਾਡੇ ਨਾਲ ਵਾਅਦਾ ਕਰ ਲਿਆ। ਹੁਣ ਜਿਹੜੀ ਇਹ ਗੱਲ ਹੈਗੀ ਆ, ਜਦੋਂ ਪ੍ਰਭੂ ਨੇ ਸਾਨੂੰ ਇਹ ਅਧਿਕਾਰ ਦੇ ਕੇ ਤੋਰਿਆ ਹੈ, ਇੱਥੇ ਜਿਹੜੀ ਗੱਲ ਬੜੀ ਸਪਸ਼ਟ ਰੂਪ ਵਿੱਚ ਇਦਾਂ ਹੈ ਕਿ ਪਰ ਮਨੁੱਖਾਂ ਤੋਂ ਚੌਕਸ ਰਹੋ, ਮਨੁੱਖਾਂ ਤੋਂ ਹੁਸ਼ਿਆਰ ਰਹੋ, ਮਨੁੱਖਾਂ ਤੋਂ ਚੌਕਸ ਰਹੋ, ਮਨੁੱਖਾਂ ਤੋਂ ਸਾਵਧਾਨ ਰਹੋ। ਇਹਦਾ ਮਤਲਬ ਕੀ ਹੈ? ਇਸ ਗੱਲ ਦਾ ਕੀ ਅਰਥ ਹੈ ਕਿ ਮਨੁੱਖਾਂ ਤੋਂ ਚੌਕਸ ਰਹੋ? ਇਸ ਗੱਲ ਦਾ ਅਰਥ ਜਿਹੜਾ ਹੈ, ਇਹਨੂੰ ਸਮਝਣਾ ਹੈ ਅੱਜ ਇਸ ਵਕਤ ਕਿ ਮਨੁੱਖਾਂ ਤੋਂ ਪ੍ਰਭੂ ਨੇ ਚੌਕਸ ਰਹਿਣ ਦੇ ਲਈ ਕਿਉਂ ਕਿਹਾ ਹੈ। ਪ੍ਰਭੂ ਸਾਨੂੰ ਸ਼ੈਤਾਨ ਤੋਂ ਬਚਾ ਦਿੰਦਾ ਹੈ, ਬਚ ਜਾਂਦੇ ਆ, ਦੁਸ਼ਟ ਆਤਮਾ ਤੋਂ ਬਚ ਜਾਂਦੇ ਆ, ਦੁਸ਼ਟ ਆਤਮਾ ਤੋਂ ਆਜ਼ਾਦ ਹੋ ਜਾਂਦੇ ਆ। ਉਹਦੇ ਜਿਹੜਾ ਜਾਲਾ ਬੁਣਿਆ ਸਾਡੇ ਦੁਆਲੇ, ਉਹ ਤੋਂ ਪ੍ਰਭੂ ਸਾਨੂੰ ਕੱਢ ਦਿੰਦਾ ਆ। ਜਾਦੂਗਰੀਆਂ ਤੋਂ ਮੁਕਤ ਹੋ ਜਾਂਦੇ ਆ, ਕੀਤੇ ਕਰਾਏ ਖਾਦੇ ਖੜਾਏ ਤੋਂ ਮੁਕਤ ਹੋ ਜਾਂਦੇ ਆ। ਪਰ ਮਨੁੱਖਾਂ ਤੋਂ ਚੌਕਸ ਨਾ ਰਹਿਣ ਦੇ ਕਾਰਨ ਮਨੁੱਖਾਂ ਦੇ ਚੱਕਰ ਵਿਊ 'ਚ ਫਸ ਜਾਂਦੇ। ਹੁਣ ਜਿਹੜੀ ਇਹ ਗੱਲ ਹੈ, ਇਸ ਗੱਲ ਨੂੰ ਸਮਝਣਾ ਹੈ ਕਿ ਪ੍ਰਭੂ ਕਹਿੰਦੇ ਹਨ ਮਨੁੱਖਾਂ ਤੋਂ ਚੌਕਸ ਰਹੋ। ਉਹ ਕੀ ਕਰਨਗੇ? ਉਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। ਉਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਔਰ ਆਪਣੀਆਂ ਸਮਾਜਾਂ ਦੇ ਵਿੱਚ ਉਹ ਤੁਹਾਨੂੰ ਕੋੜੇ ਮਾਰਨਗੇ। ਇਹ ਜਿਹੜੀ ਗੱਲ ਹੈ, ਇਹਦਾ ਮਤਲਬ ਕੀ ਹੈ? ਇਸ ਗੱਲ ਨੂੰ ਠੀਕ ਸਮਝਣ ਦੀ ਜ਼ਰੂਰਤ ਹੈ। ਜੇ ਤੁਸੀਂ ਇਸ ਗੱਲ ਨੂੰ ਠੀਕ ਸਮਝੋਗੇ, ਤੁਸੀਂ ਅੱਗੇ ਵਧੋਗੇ। ਹੁਣ ਜਿਹੜੇ ਮਨੁੱਖ ਉਹ ਤੁਹਾਡੇ ਨਾਲ ਕੀ ਕਰਨਗੇ? ਉਹ ਤੁਹਾਨੂੰ ਫੜਨਗੇ, ਤੁਹਾਡੇ ਤੇ ਕਾਰਵਾਈਆਂ ਪਾਉਣਗੇ। ਜਿਹੜਾ ਆਪਣੀ ਮਜਲਿਸ ਇੱਥੇ ਲਿਖਿਆ ਹੈ, ਆਪਣੀ ਮਜਲਿਸ, ਜਿਹੜਾ ਨਿਊ ਵਰਸ਼ਨ ਹੈ ਉਹਦੇ ਵਿੱਚ ਆਰਾਧਨਾਲय ਸਿਨਾਗੋਗ ਸ਼ਬਦ ਕਰ ਦਿੱਤਾ ਗਿਆ ਹੈ। ਔਰ ਜਿਹੜੀ ਗੱਲ ਹੈ, ਇਹ ਮਤਲਬ ਗੱਲ ਹੈ ਕਿ ਉਹ ਆਪਣੀ ਧਾਰਮਿਕ ਅਦਾਲਤ ਦੇ ਵਿੱਚ ਤੁਹਾਨੂੰ ਪੇਸ਼ ਕਰਨਗੇ। ਉਹ ਆਪਣੇ ਧਾਰਮਿਕ ਅਕੀਦਿਆਂ ਦੇ ਅਨੁਸਾਰ ਤੁਹਾਡਾ ਨਿਆਂ ਕਰਨਗੇ, ਜਿਹੜਾ ਕਿ ਯਿਸੂ ਮਸੀਹ ਦੇ ਉੱਤੇ ਵੀ ਇਦਾਂ ਹੀ ਹੋਇਆ ਔਰ ਬਾਅਦ ਚੇਲਿਆਂ ਦੇ ਉੱਤੇ ਵੀ ਇਦਾਂ ਹੀ ਹੋਇਆ। ਹੁਣ ਅੱਜ ਇਹ ਗੱਲ ਬੜੀ ਸਪਸ਼ਟ ਤੌਰ ਤੇ ਸਮਝਣ ਦੀ ਜ਼ਰੂਰਤ ਹੈ ਕਿ ਇਸ ਵਕਤ ਜੇ ਸਾਵਧਾਨ ਹੋਣਾ ਹੈ ਸ਼ੈਤਾਨ ਤੋਂ, ਤੇ ਉਸ ਤੋਂ ਵੱਧ ਕੇ ਹੈ ਮਨੁੱਖਾਂ ਤੋਂ ਸਾਵਧਾਨ ਹੋਣਾ ਹੈ। ਕਿਉਂਕਿ ਯਿਸੂ ਮਸੀਹ ਦਾ ਜਿਹੜਾ ਸ਼ੈਤਾਨ ਨੇ ਵਿਰੋਧ ਕੀਤਾ,
ਉਹ ਕੀਤਾ ਹੈਗਾ ਜਦੋਂ ਯਿਸੂ ਮਸੀਹ 40 ਦਿਨ 40 ਰਾਤ ਵਰਤ ਵਿੱਚ ਸੀਗੇ। ਉਸ ਵਕਤ ਸ਼ੈਤਾਨ ਨੇ ਵਿਰੋਧ ਕੀਤਾ। ਬਾਕੀ ਉਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਮਨੁੱਖਾਂ ਦੇ ਵਿੱਚ ਦੀ ਹੀ ਸਾਰਾ ਵਿਰੋਧ ਹੋਇਆ। ਮਨੁੱਖਾਂ ਦੇ ਵਿੱਚ ਦੀ ਹੀ ਸਾਰਾ ਵਿਰੋਧ ਹੋਇਆ। ਜਿਹੜਾ ਉਹ ਵਿਰੋਧ ਸੀਗਾ, ਜਿਹੜਾ ਉਹ ਮਨੁੱਖਾਂ ਵਿੱਚ ਦੀ ਵਿਰੋਧ ਸੀਗਾ, ਜਿਹੜਾ ਉਹ ਮਨੁੱਖਾਂ ਵਿੱਚ ਦੀ ਵਿਰੋਧ ਸੀਗਾ, ਉਹ ਬੜਾ ਅਲੱਗ ਪ੍ਰਕਾਰ ਦਾ ਸੀ, ਉਹ ਬੜਾ ਤਿੱਖਾ ਸੀ। ਜਦੋਂ ਅਸੀਂ ਮੱਤੀ ਦੀ ਇੰਜੀਲ 22 ਦੇ 15 ਆਇਤ ਪੜ੍ਹਦੇ ਹਾਂ, ਇੱਥੇ ਸਾਨੂੰ ਪਰਮੇਸ਼ਰ ਦਾ ਵਚਨ ਅਸੀਂ ਜਦੋਂ ਦੇਖਦੇ ਹਾਂ, ਮੱਤੀ ਦੀ ਇੰਜੀਲ 22 ਅਧਿਆਏ 15 ਵਚਨ, ਤਦੋਂ ਫਰੀਸੀਆਂ ਨੇ ਜਾ ਕੇ ਮਤਾ ਪਕਾਇਆ ਜੋ ਉਹਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਈਏ। ਹੁਣ ਜਿਹੜੀ ਆਹ ਗੱਲ ਆ, ਮਤਾ ਕਿਹਨੇ ਪਕਾਇਆ ਹੈਗਾ? ਫਰੀਸੀਆਂ ਨੇ। ਫਰੀਸੀ ਕੌਣ ਆ? ਇਨਸਾਨ ਆ, ਮਨੁੱਖ ਆ। ਔਰ ਕਿਹੜੇ ਮਨੁੱਖ ਆ? ਜਿਸ ਧਰਮ ਵਿੱਚ ਯਿਸੂ ਮਸੀਹ ਪੈਦਾ, ਯਹੂਦੀ ਧਰਮ ਵਿੱਚ ਉਹਦੇ ਹੀ ਅਗੂਏ ਆ, ਉਹਦੇ ਹੀ ਅਗੂਏ ਆ। ਔਰ ਮਤਾ ਕੀ ਪਕਾ ਰਹੇ ਆ? ਯਿਸੂ ਮਸੀਹ ਨੂੰ ਗੱਲਾਂ ਵਿੱਚ ਫਸਾਈਏ, ਗੱਲਾਂ 'ਚ ਫਸਾਈਏ, ਸਵਾਲ ਜਵਾਬ 'ਚ ਫਸਾਈਏ। ਇਹ ਵਿਰੋਧ ਕਿੱਥੋਂ ਆਏਗਾ? ਇਹ ਮਨੁੱਖਾਂ ਤੋਂ ਆਏਗਾ। ਜਿਹੜਾ ਇਹ ਵਿਰੋਧ ਆ, ਇਹ ਮਨੁੱਖਾਂ ਤੋਂ ਵਿਰੋਧ ਆ। ਲੂਕਾ ਦੀ ਇੰਜੀਲ 4 ਅਧਿਆਇ 28-29 ਆਇਤ ਖੋਲਾਂਗੇ। ਇਸ ਗੱਲ ਨੂੰ ਠੀਕ ਸਮਝਣ ਦੀ ਜ਼ਰੂਰਤ ਹੈ ਕਿ ਜਿਹੜਾ ਵਿਰੋਧ ਹੈ ਉਹ ਕਿੱਥੋਂ ਹੈ। ਜਦੋਂ ਅਸੀਂ ਲੂਕਾ ਦੀ ਇੰਜੀਲ 4 ਅਧਿਆਇ 28-29 ਵਚਨ ਪੜ੍ਹਦੇ ਹਾਂ, ਸੋ ਜਿਹੜੇ ਸਮਾਜ ਵਿੱਚ ਸਨ ਉਹ ਸਭ ਇਹਨਾਂ ਗੱਲਾਂ ਨੂੰ ਸੁਣਦੇ ਹੀ ਕ੍ਰੋਧ ਨਾਲ ਭਰ ਗਏ ਔਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਟੀਸੀ ਉੱਤੇ ਜਿਸ ਤੇ ਉਹਨਾਂ ਦਾ ਨਗਰ ਬਣਿਆ ਹੋਇਆ ਸੀ ਲੈ ਚੱਲੇ, ਜੋ ਉਹਨੂੰ ਸਿਰ ਭਰਨੇ ਡੇਗ ਦੇਣ। ਇਹ ਜਿਹੜੀ ਗੱਲ ਆ, ਦੇਖੋ ਇਹ ਕੌਣ ਕਰ ਰਿਹਾ? ਮਨੁੱਖ ਕਰ ਰਹੇ ਆ। ਯਿਸੂ ਮਸੀਹ ਦੀ ਕੀ ਗਲਤੀ ਹੈ? ਯਿਸੂ ਮਸੀਹ ਨੇ ਉੱਥੇ ਸੱਚਾ ਪ੍ਰਚਾਰ ਕੀਤਾ। ਯਿਸੂ ਮਸੀਹ ਨੇ ਕਿਹਾ ਇਹ ਸ਼ਬਦ ਪੂਰਾ ਹੋ ਗਿਆ ਤੁਹਾਡੇ ਕੰਨਾਂ ਦੇ ਵਿੱਚ। ਅੱਜ ਕਿਹੜਾ ਸ਼ਬਦ ਪੂਰਾ ਹੋ ਗਿਆ? ਪ੍ਰਭੂ ਦਾ ਆਤਮਾ ਮੇਰੇ ਉੱਤੇ ਨੇ ਮੈਨੂੰ ਮੱਸਾ ਕੀਤਾ। ਉਹਨੇ ਮੈਨੂੰ ਮੱਸਾ ਕੀਤਾ ਕਿ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਸ ਮੈਨੂੰ ਕੱਲਿਆ ਬੰਦ ਨੂੰ ਛੁੱਟਣ ਤੇ ਅੰਨ੍ਹਿਆਂ ਨੂੰ ਦੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆ ਹੋਇਆ ਨੂੰ ਛੁਡਾਵਾਂ ਤੇ ਪ੍ਰਭੂ ਦੇ ਮਨਜ਼ੂਰੇ ਦੇ ਬਰੇ ਦਾ ਪ੍ਰਚਾਰ ਕਰਾਂ। ਇਹ ਪੜ੍ਹ ਕੇ ਯਿਸੂ ਨੇ ਕਿਹਾ ਇਹ ਗੱਲ ਤੁਹਾਡੇ ਕੰਨਾਂ 'ਚ ਪੂਰੀ ਹੋ ਗਈ ਹੈ। ਇਹ ਗੱਲ ਉਹਨਾਂ ਤੋਂ ਸੁਣਨੀ ਹੋਈ, ਇਹ ਗੱਲ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ। ਔਰ ਉਹਨੇ ਕੀ ਕੀਤਾ? ਉਹਨਾਂ ਨੇ ਯਿਸੂ ਮਸੀਹ ਨੂੰ ਇੰਨਾ ਕ੍ਰੋਧ ਨਾਲ ਭਰ ਗਏ, ਯਿਸੂ ਮਸੀਹ ਨੂੰ ਪਹਾੜ ਦੀ ਟੀਸੀ ਤੋਂ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ। ਅੱਜ ਸੁਣੋ ਮੇਰੇ ਭੈਣ ਭਰਾ, ਇਸ ਗੱਲ ਨੂੰ ਸਮਝੋ ਕਿ ਯਿਸੂ ਮਸੀਹ ਜਦੋਂ ਇੱਥੇ ਪਹਿਲੀ ਵਾਰੀ ਪ੍ਰਚਾਰ ਕਰਨ ਦੇ ਲਈ ਆਇਆ, ਇਸ ਜਗ੍ਹਾ ਤੇ ਨਾਸਰਤ ਦੇ ਵਿੱਚ ਜਿੱਥੇ ਉਹ ਪਲਿਆ ਸੀਗਾ, ਪਹਿਲੀ ਵਾਰੀ ਪ੍ਰਚਾਰ ਕਰਨ ਦੇ ਲਈ ਆਇਆ, ਇਹਨਾਂ ਦੀ ਕੋਸ਼ਿਸ਼ ਇਹ ਆ ਕਿ ਪਹਿਲੀ ਵਾਰੀ ਪ੍ਰਚਾਰ ਕਰਨ ਤੋਂ ਬਾਅਦ ਹੀ ਮਾਰ ਦਈਏ। ਇਸਤੀਫਾ ਨੂੰ ਇੱਕੋ ਵਾਰੀ ਪ੍ਰਚਾਰ ਕਰਨ ਦਿੱਤਾ, ਇਸਤੀਫਾ ਨੂੰ ਇੱਕੋ ਵਾਰੀ ਪ੍ਰਚਾਰ ਕਰਨ ਦਿੱਤਾ, ਇੱਕੋ ਹੀ ਪ੍ਰਚਾਰ 'ਚ ਇਸਤੀਫਾ ਨੂੰ ਮਾਰਤਾ। ਹੁਣ ਇਹ ਜਿਹੜੀ ਗੱਲ, ਇਹਦਾ ਮਤਲਬ ਕੀ ਹੈ? ਯਿਸੂ ਮਸੀਹ ਕਿਉਂ ਕਹਿੰਦੇ ਨੇ ਤੋਂ ਸਾਵਧਾਨ ਰਹੋ? ਯਿਸੂ ਮਸੀਹ ਕਿਉਂ ਕਹਿੰਦੇ ਨਾ ਮਨੁੱਖਾਂ ਤੋਂ ਸਾਵਧਾਨ ਰਹੋ? ਇਸ ਕਰਕੇ ਕਹਿੰਦੇ ਆ ਕਿਉਂਕਿ ਮਨੁੱਖ ਜਿਹੜੇ ਆ ਇਹ ਆਮ ਨਹੀਂ ਹੈਗੇ, ਇਹ ਇਨਸਾਨ ਹੀ ਨਹੀਂ ਹੈਗੇ। ਇਨਸਾਨ ਸ਼ੈਤਾਨ ਤੋਂ ਵੀ ਖਤਰਨਾਕ ਬਣ ਚੁੱਕਾ ਹੈ। ਅੱਜ ਬੰਦਾ ਕਹਿੰਦਾ ਸ਼ੈਤਾਨ ਨੂੰ ਸਾਰੀ ਸਜ਼ਾ ਮਿਲ ਜਾਵੇ ਤਾਂ ਮੈਨੂੰ ਨਾ ਕੋਈ ਸਜ਼ਾ ਮਿਲੇ। ਕਈ ਬੰਦੇ ਕਹਿੰਦੇ ਸ਼ੈਤਾਨ ਨੂੰ ਆਜ਼ਾਦ ਗੱਲ ਹੀ ਛੱਡਿਆ, ਤੈਨੂੰ ਆਜ਼ਾਦੀ ਮਿਲੇ ਇਹ ਤੈਨੂੰ ਪਸੰਦ ਆ, ਤੇ ਸ਼ੈਤਾਨ ਨੂੰ ਆਜ਼ਾਦੀ ਮਿਲੇ ਤੈਨੂੰ ਪਸੰਦ ਨਹੀਂ ਹੈਗਾ। ਪਰ ਜਿਸ ਰੱਬ ਨੇ ਤੈਨੂੰ ਆਜ਼ਾਦੀ ਦਿੱਤੀ, ਉਸ ਰੱਬ ਨੇ ਉਹਨੂੰ ਵੀ ਆਜ਼ਾਦੀ ਦਿੱਤੀ। ਜੇ ਰੱਬ ਉਹ ਤੋਂ ਆਜ਼ਾਦੀ ਖਤਮ ਕਰਦਾ, ਫਿਰ ਤੇਰੇ ਤੋਂ ਵੀ ਖਤਮ ਹੋ ਜਾਣੀ ਹੈ। ਤੂੰ ਕਹਿੰਦਾ ਮੈਨੂੰ ਮਿਲੀ ਰਵੇ, ਉਹਨੂੰ ਖਤਮ ਕਰ ਦਿਓ। ਨਹੀਂ, ਏਦਾਂ ਨਹੀਂ ਚੱਲਣਾ। ਦੋਹਰੇ ਮਾਪਦੰਡ ਨਹੀਂ ਚੱਲਣੇ ਹੈਗੇ। ਖੁਦਾ ਦੇ ਕੋਲ ਇੱਕੋ ਹੀ ਮਾਪਦੰਡ ਆ। ਹੁਣ ਜਿਹੜਾ ਖੁਦਾ ਦੇ ਕੋਲ ਇੱਕੋ ਹੀ ਮਾਪਦੰਡ ਆ, ਉਸ ਮਾਪਦੰਡ ਨੂੰ ਸਮਝਣਾ ਜ਼ਰੂਰੀ ਆ ਕਿ ਉਹਦੇ ਕੋਲ ਮਾਪਦੰਡ ਕਿਹੜਾ? ਉਹਦੇ ਕੋਲ ਮਾਪਦੰਡ ਆਜ਼ਾਦੀ ਦਾ। ਉਹਨੇ ਆਜ਼ਾਦ ਬਣਾਏ ਫਰਿਸ਼ਤੇ, ਆਜ਼ਾਦ ਬਣਾਇਆ ਬੰਦਾ। ਔਰ ਪਰਮੇਸ਼ਰ ਦਾ ਧੰਨਵਾਦ ਆ ਕਿ ਪ੍ਰਭੂ ਨੇ ਇਸ ਦੁਨੀਆ ਵਿੱਚ ਰਹਿੰਦੇ ਹੋਏ ਸਾਡੇ ਲਈ ਇੱਕ ਰਸਤਾ ਖੋਲ੍ਹਤਾ, ਔਰ ਰਸਤਾ ਹੈਗਾ ਮੁਕਤੀ ਦਾ ਰਸਤਾ, ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ। ਇਹ ਸਾਡੀ ਅੱਜ ਆਜ਼ਾਦ ਮਰਜ਼ੀ ਹੈ ਕਿ ਅਸੀਂ ਉਹ 'ਤੇ ਵਿਸ਼ਵਾਸ ਕਰਦੇ ਕਿ ਨਹੀਂ ਕਰਦੇ। ਅੱਜ ਜਿਹੜੇ ਮੁਲਕ ਕ੍ਰਿਸਚਨ ਸੀਗੇ, ਉਹਨਾਂ ਦੇ ਬੱਚੇ ਨਹੀਂ ਯਿਸੂ ਮਸੀਹ ਨੂੰ ਮੰਨਦੇ। ਕੋਈ ਜ਼ਬਰਦਸਤੀ ਹੈ? ਕੋਈ ਜ਼ਬਰਦਸਤੀ ਨਹੀਂ ਮੰਨਣਗੇ ਤਾਂ ਫਲ ਭੋਗਣਗੇ। ਅੱਜ ਗੱਲ ਬੜੀ ਸਪਸ਼ਟ ਹੈ। ਪ੍ਰਭੂ ਨੇ ਕਿਹਾ ਉਜਾੜੂ ਪੁੱਤਰ ਦੇ ਬਾਪ ਨੇ ਉਹਦਾ ਹਿੱਸਾ ਉਹਨੂੰ ਦੇ ਦਿੱਤਾ, ਔਰ ਜਾ ਕੇ ਆਪਣੇ ਬਾਪ ਦੇ ਪੈਸੇ ਨਾਲ ਹੀ ਪਾਪ ਕਰ ਰਿਹਾ। ਪਰ ਉਹ ਨਹੀਂ ਉਹਨੂੰ ਕੁਝ ਵੀ ਕਹਿੰਦਾ, ਉਹ ਦੇ ਦਿੱਤਾ, ਉਹਨੇ ਲੈ ਗਿਆ। ਏਦਾਂ ਹੀ ਅੱਜ ਸਾਡਾ ਪਰਮੇਸ਼ਰ, ਉਹਦਾ ਦਿਲ ਇੱਦਾਂ ਦਾ ਹੀ ਹੈ।
ਉਹਨੇ ਦੇ ਦਿੱਤਾ ਬੰਦੇ ਨੂੰ ਜੋ ਦਿੱਤਾ, ਫਰਿਸ਼ਤਿਆਂ ਨੂੰ ਦੇ ਦਿੱਤਾ ਲੈ ਜਾਓ, ਕਹਿੰਦਾ ਜੋ ਹੈਗਾ ਤੁਹਾਡੇ ਨਾਲ ਹੀ ਰਹੂਗਾ। ਅੱਜ ਬੰਦੇ ਨੂੰ ਜੋ ਦਿੱਤਾ ਹੋਇਆ, ਬੰਦਾ ਉਹਦੇ ਨਾਲ ਜੋ ਵੀ ਕਰਦਾ ਹੈ ਬੰਦੇ ਦੀ ਮਰਜ਼ੀ ਹੈ। ਬੰਦਾ ਆਪਣੇ ਸਰੀਰ ਨਾਲ ਪਾਪ ਕਰਦਾ ਕਿ ਪੁੰਨ ਕਰਦਾ, ਇਹ ਬੰਦੇ ਦੀ ਮਰਜ਼ੀ ਹੈ। ਅੱਜ ਬੇਨਤੀ ਆ, ਇਸ ਗੱਲ ਨੂੰ ਸਮਝ ਜਾਓ ਕਿ ਯਿਸੂ ਮਸੀਹ ਦਾ ਵਿਰੋਧ ਇਸ ਹੱਦ ਤੱਕ ਕਿਹਨਾਂ ਨੇ ਕੀਤਾ? ਬੰਦਿਆਂ ਨੇ ਕੀਤਾ। ਹੁਣ ਜਿਹੜੀ ਇਹ ਗੱਲ ਆ, ਮਨੁੱਖਾਂ ਨੇ ਇਸ ਹੱਦ ਤੱਕ ਵਿਰੋਧ ਕੀਤਾ। ਔਰ ਜਿਹੜੀ ਅਗਲੀ ਗੱਲ ਆ ਉਹ ਹੈਗੀ ਆ ਮਰਕੁਸ 3 ਅਧਿਆਇ 21 ਵਚਨ। ਮਰਕੁਸ ਦੀ ਇੰਜੀਲ 3 ਅਧਿਆਇ 21 ਵਚਨ। ਅੱਜ ਇਸ ਸੰਸਾਰ ਦੇ ਵਿੱਚ ਜਦੋਂ ਅਸੀਂ ਜਿਹੜਾ ਜੀਵਨ ਜੀ ਰਹੇ ਹਾਂ, ਠੀਕ ਇਸ ਗੱਲ ਨੂੰ ਸਮਝ ਕੇ ਚੱਲਣ ਦੀ ਲੋੜ ਆ ਕਿ ਸਾਨੂੰ ਪਰਮੇਸ਼ਰ ਕਿੱਥੇ ਸਿਖਾ ਰਿਹਾ, ਕਿੱਥੇ ਤੱਕ ਸਿਖਾ ਰਿਹਾ ਹੈ। ਮਰਕੁਸ ਦੀ ਇੰਜੀਲ 3 ਅਧਿਆਇ 21 ਵਚਨ ਪੜ੍ਹਦੇ ਹਾਂ। ਜਾਂ ਉਹਦੇ ਸਾਕਾਂ ਨੇ ਇਹ ਸੁਣਿਆ ਤਾਂ ਉਹ ਉਸ ਦੇ ਫੜਨ ਨੂੰ ਨਿਕਲੇ, ਕਿਉਂ ਜੋ ਉਹਨਾਂ ਆਖਿਆ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ। ਯਿਸੂ ਦੇ ਰਿਸ਼ਤੇਦਾਰਾਂ ਦੀ ਗੱਲ ਆ। ਯਿਸੂ ਦੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਉਹਦੇ ਮਗਰ ਤੋਂ ਲੋਕ ਬਹੁਤ ਲੱਗ ਗਏ, ਉਹਦਾ ਇੱਦਾਂ ਦਾ ਕਰਕੇ ਚਮਤਕਾਰ ਕਰਦਾ। ਉਹਦੇ ਰਿਸ਼ਤੇਦਾਰ ਜਿਹੜੇ ਆ ਉਹਨੂੰ ਫੜਨ ਨੂੰ ਨਿਕਲੇ, ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪੇ ਤੋਂ ਬਾਹਰ ਹੋ ਗਿਆ। ਇਹ ਕੌਣ ਹੈ? ਮਨੁੱਖ ਹੈ। ਅੱਜ ਗੱਲ ਸਮਝ ਲਓ। ਇਹ ਤੁਸੀਂ ਕਹਿੰਦੇ ਮੈਨੂੰ ਤਾਂ ਬੜਾ ਪਿਆਰ ਕਰਦਾ ਮੇਰਾ ਫਲਾਨਾ, ਫਾਇਦਾ ਹੋਊਗਾ ਕੋਈ ਕਰੀ ਜਾਂਦਾ। ਜੇ ਤੂੰ ਫਾਇਦਾ ਦੇਣਾ ਬੰਦ ਕਰਤਾ ਤਾਂ ਫਿਰ ਦੇਖੀ ਕੀ ਨਿਕਲਦਾ। ਜਦ ਤੱਕ ਫਾਇਦਾ ਤਦ ਤੱਕ ਕਰੀ ਜਾਂਦਾ, ਜਦੋਂ ਫਾਇਦਾ ਦੇਣਾ ਬੰਦ ਕਰਤਾ ਫਿਰ ਕੀ ਹੋਣਾ? ਇਹ ਸਿਆਣਿਆਂ ਦੀ ਕਹਾਵਤ ਆ, ਕਹਿੰਦੇ ਦੁਨੀਆ ਕੰਮ ਦੀ ਹੈ, ਚੰਮ ਦੀ ਨਹੀਂ ਹੈਗੀ। ਜਦੋਂ ਕੰਮ ਕਰਦਾ ਹੁੰਦਾ ਚੰਗਾ ਹੁੰਦਾ, ਜਦੋਂ ਸਰੀਰ ਰਹਿ ਜਾਂਦਾ ਬਜ਼ੁਰਗ ਦਾ ਕੰਮ ਕਰਨੋਂ, ਫਿਰ ਸਾਰੇ ਟੱਬਰ ਤੇ ਭਾਰੀ ਹੋ ਜਾਂਦਾ ਸਾਰੇ ਟੱਬਰ ਤੇ। 10 ਜਣੇ ਰਲ ਕੇ ਵੀ ਇੱਕ ਦੀ ਕੇਅਰ ਟੇਕ ਨਹੀਂ ਕਰ ਸਕਦੇ। ਕਿਉਂ? ਹੁਣ ਕੰਮ ਨਹੀਂ ਹੁੰਦਾ ਉਹ ਤੋਂ, ਹੁਣ ਉਹ ਭਾਰ ਬਣ ਗਿਆ। ਪਹਿਲਾਂ ਕੰਮ ਕਰਦਾ ਸੀ, ਉਹਦੇ ਨੂੰ ਚੰਗਾ ਲੱਗਦਾ। ਆਹ ਜਿਹੜੀ ਗੱਲ ਆ ਬੜੀ ਸਾਫ਼ ਹੈ। ਉਹਦੇ ਰਿਸ਼ਤੇਦਾਰ ਯਿਸੂ ਮਸੀਹ ਦੇ ਜਿਹੜੇ ਮਰੀਅਮ ਯੂਸਫ ਦੇ ਬੰਦੇ ਸੀ, ਰਿਸ਼ਤੇਦਾਰ ਸੀ, ਉਹ ਫੜਨ ਲਈ ਨਿਕਲੇ ਉਹਨੂੰ। ਉਹ ਕਹਿੰਦੇ ਆਪਣੇ ਆਪ ਤੋਂ ਬਾਹਰ ਹੋ ਗਿਆ, ਇਹ ਆਪਣੇ ਆਪ ਤੋਂ ਬਾਹਰ ਹੋ ਗਿਆ, ਡਿਸਟਰਬ ਹੋ ਗਿਆ, ਦਿਮਾਗੀ ਸੰਤੁਲਨ ਖੋ ਬੈਠਾ। ਇਹ ਕੌਣ ਕਹਿ ਰਿਹਾ? ਮਨੁੱਖ ਕਹਿ ਰਹੇ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ ਸਭ ਤੋਂ ਪਹਿਲੇ ਤੇਰੇ ਵਿਰੋਧੀ ਤੇਰੇ ਘਰ ਦੇ ਹੋਣੇ। ਇਹ ਜਿਹੜੀ ਗੱਲ ਆ, ਇਹ ਯਿਸੂ ਮਸੀਹ ਕਿਉਂ ਕਹਿੰਦਾ ਇੱਦਾਂ? ਇਹ ਜਿਹੜੀ ਗੱਲ ਇਹਨੂੰ ਠੀਕ ਸਮਝਣ ਦੀ ਜ਼ਰੂਰਤ ਆ। ਜਦੋਂ ਪ੍ਰਭੂ ਯਿਸੂ ਮਸੀਹ ਕਹਿੰਦਾ ਤੇਰੇ ਸਭ ਤੋਂ ਜਿਹੜੇ ਪਹਿਲੇ ਵਿਰੋਧੀ ਆ ਉਹ ਤੇਰੇ ਘਰ ਦੇ ਹੋਣੇ ਹੈਗੇ ਆ, ਇਸ ਗੱਲ ਨੂੰ ਠੀਕ ਸਮਝਣ ਦੀ ਜ਼ਰੂਰਤ ਹੈ ਕਿ ਯਿਸੂ ਮਸੀਹ ਇੱਦਾਂ ਕਿਉਂ ਕਹਿੰਦਾ। ਯਿਸੂ ਮਸੀਹ ਇਸ ਗੱਲ ਨੂੰ ਕਿਉਂ ਇੱਦਾਂ ਬੋਲਦਾ? ਜਦੋਂ ਯਿਸੂ ਮਸੀਹ ਇੱਦਾਂ ਬੋਲਦਾ ਹੈ ਨਾ, ਉਹਦੇ ਵਿੱਚ ਇੱਕ ਵੱਡਾ ਕਾਰਨ ਇਹ ਆ ਕਿ ਇਹ ਸੱਚਾਈ ਆ। ਔਰ ਅੱਜ ਇਸ ਸੰਸਾਰ ਦੇ ਵਿੱਚ ਜੋ ਹੋ ਰਿਹਾ ਉਹ ਕੀ ਹੈਗਾ ਆ? ਇਸ ਦੁਨੀਆ ਦੇ ਵਿੱਚ ਬੰਧਨ ਆ ਬਹੁਤ ਸਾਰੇ ਬੰਦੇ ਤੇ ਪਏ ਹੋ, ਜਿਹੜੇ ਬੰਦੇ ਨੂੰ ਸਮੇਂ-ਸਮੇਂ ਤੇ ਗੁਲਾਮ ਬਣਾਉਂਦੇ ਆ। ਜਦੋਂ ਬੰਦੇ ਨੂੰ ਸਮੇਂ-ਸਮੇਂ ਤੇ ਉਹ ਬੰਧਨ ਜਿਹੜੇ ਗੁਲਾਮ ਬਣਾਉਂਦੇ ਹੈਗੇ ਆ, ਉਹਨਾਂ ਵਿੱਚ ਰਿਸ਼ਤੇ ਵੀ ਆ। ਰਿਸ਼ਤੇ ਬੰਦੇ ਨੂੰ ਤੁਰਨ ਨਹੀਂ ਦਿੰਦੇ ਪਰਮੇਸ਼ਰ ਦੇ ਮਗਰ। ਆ ਜਿੱਦਾਂ ਬੰਨਣ ਨੂੰ ਫਿਰਦੇ ਆ, ਏਦਾਂ ਕਈ ਕਹਿੰਦੇ ਮੈਂ ਤੈਨੂੰ ਬੰਨ ਕੇ ਛੱਡੂ, ਤੂੰ ਕਿੱਥੇ ਭਾਜੂ। ਇਹ ਸੱਚਾਈ ਆ। ਇਹਦੇ 'ਚ ਕੋਈ ਦੋ ਰਾਏ ਨਹੀਂ। ਮੇਰਾ ਆਪਣਾ ਇਸ ਗੱਲ ਦੇ ਉੱਤੇ ਬਹੁਤ ਸਾਰਾ ਜ਼ਿੰਦਗੀ 'ਚ ਇੱਕ ਵਿਅਕਤੀਗਤ ਤਜਰਬਾ ਹੋਇਆ, ਔਰ ਉਹ ਤਜਰਬਾ ਬੜਾ ਅਲੱਗ ਪ੍ਰਕਾਰ ਦਾ ਤਜਰਬਾ ਹੈ। ਉਹ ਤਜਰਬਾ ਇੱਦਾਂ ਦਾ ਨਹੀਂ ਹੈਗਾ ਦੁਨੀਆ ਵਰਗਾ। ਬੜੀ ਸਪਸ਼ਟ ਗੱਲ ਇਹ ਹੈਗੀ ਆ ਕਿ ਪਰਮੇਸ਼ਰ ਇੱਕ ਦਿਨ ਬੰਦੇ ਨੂੰ ਸਿਖਾਉਂਦਾ ਹੈ ਇੱਕ ਗੱਲ। ਜਦੋਂ ਅਸੀਂ ਇੱਥੇ ਲੂਕਾ ਦੀ ਇੰਜੀਲ ਦੇ 14 ਅਧਿਆਇ ਨੂੰ ਖੋਲ੍ਹਦੇ ਹਾਂ, ਲੂਕਾ ਦੀ ਇੰਜੀਲ 14 ਅਧਿਆਇ ਉਹਦੇ 25 ਵਚਨ ਤੋਂ ਇੱਦਾਂ ਲਿਖਿਆ ਹੈ, ਵੱਡੀ ਭੀੜ ਯੀਸ਼ੂ ਦੇ ਨਾਲ ਚਲੀ ਜਾਂਦੀ ਸੀ ਅਤੇ ਉਸਨੇ ਮੁੜ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਓ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਤਾਂ ਮੇਰਾ ਚੇਲਾ ਨਹੀਂ ਹੋ ਸਕਦਾ। ਆਹ ਜਿਹੜੀ ਗੱਲ ਹੈ, ਪ੍ਰਭੂ ਕੀ ਕਹਿ ਰਹੇ? ਇੱਥੇ ਰਿਸ਼ਤਿਆਂ ਦਾ ਵਰਣਨ ਕੀਤਾ ਗਿਆ। ਇੱਥੇ ਰਿਸ਼ਤੇਦਾਰੀਆਂ ਦੇ ਵਿੱਚ ਚੱਲਣਾ ਪੈਣਾ ਜਦ ਤੱਕ ਸਰੀਰ 'ਚ ਰਵਾਂਗੇ, ਪਰ ਉਹਦਾ ਤੁਹਾਡੀ ਜ਼ਿੰਦਗੀ 'ਚ ਲੈਵਲ ਕਿਹੜਾ ਹੈ ਇਹ ਡਿਸਾਈਡ ਕਰਕੇ ਚੱਲਣਾ ਪੈਣਾ। ਨੰਬਰ ਕਿਹੜਾ ਹੈ ਡਿਸਾਈਡ ਕਰਕੇ ਚੱਲਣਾ ਪੈਣਾ। ਕਿਉਂਕਿ ਯਿਸੂ ਮਸੀਹ ਜੇਕਰ ਰਿਸ਼ਤੇਦਾਰਾਂ ਥੱਲੇ ਲੱਗਾ ਹੁੰਦਾ ਨਾ ਤੇ ਉਹਨੇ ਸੱਚੀ ਉਹਨਾਂ ਦੇ ਨਾਲ ਤੁਰ ਪੈਣਾ ਸੀਗਾ।
ਪਰ ਯਿਸੂ ਮਸੀਹ ਨਾਲ ਥੱਲੇ ਨਹੀਂ ਲੱਗਾ ਸੀਗਾ। ਔਰ ਆਪਣੇ ਚੇਲਿਆਂ ਨੂੰ ਉਹ ਕਹਿੰਦਾ ਕਿ ਤੁਸੀਂ ਥੱਲੇ ਨਾ ਲੱਗਿਓ ਕਿਸੇ ਦੇ, ਕੋਈ ਤੁਹਾਨੂੰ ਏਦਾਂ ਨਾ ਬੰਨ ਕੇ ਲੈ ਜਾਵੇ, ਏਦਾਂ ਨਾ ਹੋਵੇ ਕਿ ਤੁਹਾਨੂੰ ਫੜ ਕੇ ਲੈ ਜਾਵੇ, ਏਦਾਂ ਨਾ ਹੋਵੇ, ਏਦਾਂ ਨਾ ਹੋਵੇ। ਪਰਮੇਸ਼ਰ ਇਹ ਚਾਹੁੰਦਾ ਹੈ ਕਿ ਜਿੱਦਾਂ ਦਾ ਉਹ ਉੱਦਾਂ ਦੇ ਅਸੀਂ ਬਣੀਏ, ਕਿਉਂਕਿ ਪ੍ਰਭੂ ਨੇ ਪ੍ਰਚਾਰ ਕੀਤਾ, ਆਪਣੇ ਅਕੋਰਡਿੰਗ ਪ੍ਰਚਾਰ ਕੀਤਾ, ਜਿੱਦਾਂ ਦਾ ਉਹ, ਜਿੱਦਾਂ ਦਾ ਪੌਲਸ ਸੀ ਉਹਨੇ ਆਪਣੇ ਅਕੋਰਡਿੰਗ ਪ੍ਰਚਾਰ ਕੀਤਾ, ਜਿੱਦਾਂ ਦਾ ਪਤਰਸ ਸੀ ਆਪਣੇ ਅਕੋਰਡਿੰਗ ਪ੍ਰਚਾਰ ਕੀਤਾ। ਪਰ ਗੱਲ ਬੜੀ ਸਪਸ਼ਟ ਹੈਗੀ ਹੈ ਕਿ ਜਿੱਦਾਂ ਦਾ ਪ੍ਰਭੂ ਨੇ ਪ੍ਰਚਾਰ ਕੀਤਾ, ਸਾਨੂੰ ਉਸ ਪ੍ਰਚਾਰ ਨੂੰ ਠੀਕ ਪ੍ਰਚਾਰ ਕਰਨਾ ਚਾਹੀਦਾ ਔਰ ਠੀਕ ਸਮਝਣਾ ਚਾਹੀਦਾ, ਠੀਕ ਉਹਦੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਜੇ ਕਿਸੇ ਲੈਵਲ 'ਤੇ ਅਸੀਂ ਉਟਨਟ ਹੋ ਜਾਵੇ ਤਾਂ ਉਹ, ਜੇ ਸਾਡੇ ਵੱਸ ਦੀ ਗੱਲ ਨਹੀਂ ਹੈਗੀ ਤਾਂ ਉਹ ਪਰਮੇਸ਼ਰ ਸਪੇਅਰ ਕਰ ਦੂਗਾ, ਪਰ ਸਾਡਾ ਨਿਸ਼ਾਨਾ ਠੀਕ ਹੈ ਹੋਣਾ ਚਾਹੀਦਾ। ਭਾਵ ਇਹ ਕਿ ਇਹਨਾਂ ਰਿਸ਼ਤਿਆਂ ਦੇ ਬੰਧਨ 'ਚ ਬੱਝੇ ਹੋਏ ਨਹੀਂ ਹੋਣੇ ਚਾਹੀਦੇ। ਦੇਖੋ, ਸਭ ਤੋਂ ਵੱਧ ਜਿਹੜੀ ਪਿਆਰ ਦੀ ਗੱਲ ਹੈ ਯੂਹੰਨਾ ਨੇ ਕੀਤੀ, ਸਭ ਤੋਂ ਵੱਧ ਜਿਹੜੀ ਪਿਆਰ ਦੀ ਗੱਲ ਹੈਗੀ ਉਹ ਯੂਹੰਨਾ ਨੇ ਕੀਤੀ। ਯੂਹੰਨਾ ਨੇ ਸਭ ਤੋਂ ਵੱਧ ਪ੍ਰੇਮ ਦੀ ਗੱਲ ਕੀਤੀ, ਪ੍ਰੇਮ ਦੀ ਗੱਲ ਕੀਤੀ। ਪਰ ਜਿਹੜਾ ਪਹਿਲਾ ਯੂਹੰਨਾ ਦੂਸਰਾ ਅਧਿਆਇ 15, 16, 17 ਵਚਨ ਦੇ ਵਿੱਚ ਯੂਹੰਨਾ ਇੱਕ ਗੱਲ ਕਰਦੇ, ਅੱਜ ਇਸ ਸੰਸਾਰ ਦੇ ਵਿੱਚ ਜਿਹੜੇ ਮਨੁੱਖ ਆ ਉਹ ਕੌਣ ਕੌਣ ਆ, ਆਪਾਂ ਸੰਸਾਰਿਕ ਤੌਰ 'ਤੇ ਔਰ ਆਤਮਿਕ ਤੌਰ 'ਤੇ ਅੱਜ ਇਸ ਗੱਲ ਨੂੰ ਸਮਝ ਜਾਵਾਂਗੇ ਤੇ ਅੱਗੇ ਵੱਧ ਜਾਵਾਂਗੇ। ਹੁਣ ਜਿਹੜੀ ਇਹ ਗੱਲ ਆ, ਜਦੋਂ ਪਹਿਲਾ ਯੂਹੰਨਾ ਦੂਸਰਾ ਅਧਿਆਇ 15, 16, 17 ਵਚਨ ਜਿਹੜਾ ਇਹ ਇਸ ਗੱਲ ਦੀ ਠੀਕ ਇੱਦਾਂ ਵਿਆਖਿਆ ਕਰਦਾ, ਜੋ ਸੰਤ ਯੂਹੰਨਾ ਰਸੂਲ ਨੇ ਕਿਹਾ, ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੋ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ, ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ, ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਪਮਾਨ, ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ, ਅਤੇ ਸੰਸਾਰ ਨਾਲੇ ਉਹਦੀ ਕਾਮਨਾ ਬੀਤਦੀ ਜਾਂਦੀ ਹੈ। ਪਰ ਜਿਹੜਾ ਪਰਮੇਸ਼ਰ ਦੀ ਇੱਛਾ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ। ਹੁਣ ਤੁਸੀਂ ਇਹ ਦੇਖੋ, ਉਹ ਕਹਿੰਦਾ ਸੰਸਾਰ ਨਾਲ ਮੋਹ ਨਾ ਰੱਖਿਓ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਆ। ਇਹਦਾ ਮਤਲਬ ਕੀ ਹੈ? ਮੋਹ ਅਤੇ ਪਿਆਰ 'ਚ ਫਰਕ ਆ। ਜਿਹੜੇ ਮੋਹ ਵਾਲੇ ਆ ਤੁਹਾਨੂੰ ਬੰਨਣ ਆਉਣੇ ਆ, ਜਿਨ੍ਹਾਂ ਅੰਦਰ ਮੋਹ ਆ ਤੁਹਾਨੂੰ ਬੰਨਣ ਆਉਣਾ, ਉਹਨਾਂ ਨੇ ਤੁਹਾਨੂੰ ਅੱਗੇ ਵਧਣ ਨਹੀਂ ਦੇਣਾ। ਉਹ ਤੁਹਾਡੇ ਰਿਸ਼ਤੇਦਾਰ ਹੀ ਹੋਣੇ ਆ, ਉਹ ਤੁਹਾਡੇ ਆਪਣੇ ਲੋਕ ਹੋਣੇ ਆ। ਜਿਹੜੇ ਪੌਲਸ ਨੂੰ ਪਿਆਰ ਕਰਦੇ ਸੀਗੇ, ਅਫਸੂਸ ਦੇ ਲੋਕ ਜਿਹੜੇ ਸੀਗੇ, ਉਹ ਪੌਲਸ ਨੂੰ ਬੜਾ ਪਿਆਰ ਕਰਦੇ ਸੀਗੇ। ਉਹ ਕਹਿੰਦਾ ਮੈਂ ਹੁਣ ਯਰੂਸ਼ਲਮ ਜਾ ਰਿਹਾ, ਪਤਾ ਨਹੀਂ ਮੈਂ ਮੁੜ ਕੇ ਤੁਹਾਡਾ ਚਿਹਰਾ ਦੇਖੂੰਗਾ ਕਿ ਨਹੀਂ ਦੇਖੂੰਗਾ। ਸਾਰੇ ਰੋਂਦੇ ਆ, ਉਹਨੂੰ ਕਹਿੰਦੇ ਤੂੰ ਨਾ ਜਾ ਉੱਥੇ। ਉਹ ਕਹਿੰਦਾ ਤੁਸੀਂ ਮੇਰਾ ਦਿਲ ਕਿਉਂ ਤੋੜਦੇ ਆ? ਉਹਨੂੰ ਪਿਆਰ ਕਰਨ ਵਾਲੇ ਲੋਕ ਉਹਦਾ ਦਿਲ ਤੋੜ ਰਹੇ ਸੀ। ਤੁਹਾਨੂੰ ਪਿਆਰ ਕਰਨ ਵਾਲੇ ਲੋਕ ਤੁਹਾਡੀ ਕਮਜ਼ੋਰੀ ਆ, ਉਹਨਾਂ ਨੇ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ। ਇਹ ਸੱਚਾਈ ਹੈ, ਉਹਨਾਂ ਨੇ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ, ਉਹਨਾਂ ਨੇ ਤੁਹਾਨੂੰ ਹਮੇਸ਼ਾ ਖਿੱਚ ਕੇ ਰੱਖਣਾ। ਪਰ ਇੱਕ ਗੱਲ ਆ, ਉਹ ਪਿਆਰ ਨਹੀਂਗਾ, ਉਹ ਮੋਹ ਆ, ਮੋਹ। ਕਿਉਂਕਿ ਪਿਆਰ ਜਿਹੜਾ ਹੈ ਬੜੀ ਪਵਿੱਤਰ ਅਵਸਥਾ ਹੈ, ਇਹ ਪਰਮੇਸ਼ਵਰ ਅਤੇ ਇਨਸਾਨ ਦੇ ਵਿੱਚ ਹੈ। ਔਰ ਪ੍ਰਭੂ ਦਾ ਬੰਦਾ ਬੜਾ ਸਪਸ਼ਟ ਹੈ ਇਸ ਗੱਲ ਤੇ, ਸੰਸਾਰ ਨਾਲ ਮੋਹ ਨਾ ਰੱਖੋ। ਕਹਿੰਦਾ ਜੇ ਤੁਹਾਡੇ ਵਿੱਚ ਮੋਹ ਹੋਇਆ ਸੰਸਾਰ ਦਾ, ਤੁਹਾਡੇ ਪਿਤਾ ਦਾ ਪ੍ਰੇਮ ਨਹੀਂ ਹੈਗਾ। ਫਿਰ ਇਹਦਾ ਮਤਲਬ ਪਿਤਾ ਦਾ ਪ੍ਰੇਮ ਵੱਖਰੀ ਗੱਲ ਆ, ਸੰਸਾਰ ਦਾ ਮੋਹ ਵੱਖਰੀ ਗੱਲ ਆ, ਰਿਸ਼ਤਿਆਂ ਦਾ ਮੋਹ ਵੱਖਰੀ ਗੱਲ ਆ। ਇਸ ਕਰਕੇ ਬੜੀ ਸਪਸ਼ਟ ਗੱਲ ਨੂੰ ਸਮਝ ਲਓ, ਸਪਸ਼ਟ ਗੱਲ ਨੂੰ ਸਮਝੋ ਕਿ ਤੁਹਾਨੂੰ ਪਰੇ ਹਟਾਉਣ ਵਾਲੇ ਆਉਣਗੇ। ਜਿੱਦਾਂ ਮੱਤੀ ਦੀ ਇੰਜੀਲ ਦੇ 16 ਅਧਿਆਇ 23 ਵਚਨ 'ਚ ਇੱਕ ਉਦਾਹਰਣ ਮਿਲਦੀ ਹੈ। ਮੱਤੀ ਦੀ ਇੰਜੀਲ 16 ਅਧਿਆਇ 23 ਵਚਨ ਦੇ ਵਿੱਚ ਇੱਕ ਉਦਾਹਰਣ ਮਿਲਦੀ ਹੈ। ਉਹ ਜਿਹੜੀ ਉਦਾਹਰਣ ਹੈ ਉਹ ਪ੍ਰਭੂ ਔਰ ਪਤਰਸ ਦੇ ਵਿਚਕਾਰ ਹੈ। ਪਤਰਸ ਪ੍ਰਭੂ ਨੂੰ ਬੜਾ ਪਿਆਰ ਕਰਦਾ ਹੈ, ਉਹ ਆਪਣੇ ਸ਼ਬਦਾਂ ਵਿੱਚ ਵੀ ਬੋਲਦਾ ਹੈ। ਜਦੋਂ ਬੋਲਦਾ ਹੈ ਤੇ ਬੜੇ ਸਪਸ਼ਟ ਰੂਪ ਵਿੱਚ ਬੋਲਦਾ ਹੈ। ਜਦੋਂ ਬੋਲਦਾ ਹੈ ਤੇ ਇੱਥੇ ਵਰਣਨ ਹੈ ਇਸ ਗੱਲ ਦਾ। ਜਦੋਂ ਵਰਣਨ ਹੈ ਪ੍ਰਭੂ ਦੇ ਮੂੰਹ ਤੋਂ ਇਹ ਸ਼ਬਦ ਆਪਾਂ ਪੜ੍ਹਦੇ ਹਾਂ। ਪ੍ਰਭੂ ਨੇ ਮੱਤੀ ਇੰਜੀਲ 16 ਅਧਿਆਇ 23 ਵਚਨ ਪੜ੍ਹਦੇ ਹਾਂ। ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ, ਮੈਥੋਂ ਪਿੱਛੇ ਹਟ, ਤੂੰ ਮੇਰੇ ਲਈ ਠੋਕਰ ਹੈ, ਕਿਉਂ ਜੋ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਇਹ ਗੱਲ ਪ੍ਰਭੂ ਨੇ ਪਤਰਸ ਨੂੰ ਕਹੀ। ਔਰ ਕਿਉਂ ਕਿਹਾ? ਇਸ ਲਈ ਕਿਹਾ ਕਿਉਂਕਿ ਪਤਰਸ ਪ੍ਰਭੂ ਨੂੰ ਪਿੱਛੇ ਕਰਕੇ ਝਿੜਕਣ ਲੱਗਾ ਔਰ ਪ੍ਰਭੂ ਨੂੰ ਇਹ ਕਹਿਣ ਲੱਗਾ, ਇਹ ਤੇਰੇ ਨਾਲ ਕਦੀ ਵੀ ਨਾ ਹੋਵੇ। ਕੀ ਨਾ ਹੋਵੇ? ਕਿ ਤੂੰ ਮਰੇ ਨਾ ਕਦੀ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਸੱਚ ਦੱਸਣਾ ਸ਼ੁਰੂ ਕੀਤਾ ਸੀਗਾ ਕਿ ਲੋਕਾਂ ਨੇ ਮੈਨੂੰ ਫੜਨਾ, ਕਰੂਸ ਤੇ ਚੜਾ ਦੇਣਾ, ਮੈਂ ਮਰ ਜਾਣਾ, 3 ਦਿਨ ਜਿੰਦਾ ਹੋ ਜਾਣਾ। ਔਰ ਪਤਰਸ ਪ੍ਰਭੂ ਨੂੰ ਬਾਂਹ ਫੜ ਕੇ ਇੱਕ ਪਾਸੇ ਲਿਜਾ ਕੇ ਡਾਂਟ ਰਿਹਾ ਕਿ ਇਹ ਤੇਰੇ ਨਾਲ ਕਦੀ ਵੀ ਨਾ ਹੋਵੇ, ਇਹ ਤੇਰੇ ਨਾਲ ਕਦੀ ਵੀ ਨਾ ਹੋਵੇ। ਇਹ ਕੌਣ ਕਹਿ ਰਿਹਾ? ਪਤਰਸ ਕਹਿ ਰਿਹਾ। ਪਤਰਸ ਜਦੋਂ ਇਹ ਗੱਲ ਕਹਿ ਰਿਹਾ ਤੇ ਯਿਸੂ ਨੂੰ ਕੀ ਕਹਿ ਰਿਹਾ? ਹੈ ਸ਼ੈਤਾਨ, ਪਿੱਛੇ ਹਟ ਜਾ। ਕੀ ਤੁਸੀਂ ਕਿਸੇ ਬੰਦੇ ਨੂੰ ਕਦੀ ਕਹਿ ਸਕਦੇ ਹੋ ਇਹ ਗੱਲ ਕਿ ਤੂੰ ਸ਼ੈਤਾਨ ਪਰੇ ਹੋ ਜਾ?
ਕਿਉਂਕਿ ਇਹ ਜਿਹੜੀ ਗੱਲ ਹੈ ਇਹ ਪਤਰਸ ਨਹੀਂ ਬੋਲ ਰਿਹਾ। ਐਕਚੁਅਲੀ ਪਤਰਸ ਦੇ ਅੰਦਰ ਪ੍ਰਭੂ ਨਾਲ ਬੜਾ ਮੋਹ ਆ, ਬੜਾ ਹੀ ਮੋਹ ਆ, ਬੜਾ ਹੀ ਲਗਨ ਹੈ, ਬੜਾ ਹੀ ਪਿਆਰ ਆ ਪ੍ਰਭੂ ਦੇ, ਉਹ ਪਤਰਸ ਦੇ ਆਪਣੇ ਸ਼ਬਦਾਂ ਵਿੱਚ। ਇਸ ਕਰਕੇ ਉਹ ਪ੍ਰਭੂ ਨੂੰ ਕਦੀ ਦੁਖੀ ਨਹੀਂ ਦੇਖ ਸਕਦਾ, ਪ੍ਰਭੂ ਨੂੰ ਕਦੀ ਪਰੇਸ਼ਾਨ ਨਹੀਂ ਦੇਖ ਸਕਦਾ। ਇਸ ਕਰਕੇ ਮੈਂ ਤੁਹਾਨੂੰ ਕਹਿੰਦਾ, ਜਿਹੜੇ ਤੁਹਾਡੇ ਨਾਲ ਮੋਹ ਕਰਦੇ ਆ, ਜਿਹੜੇ ਤੁਹਾਡੇ ਨਾਲ ਬਹੁਤ ਲਗਾਅ ਕਰਦੇ ਆ, ਉਹਨੇ ਤੁਹਾਨੂੰ ਕਦੀ ਨਾ ਬਿਪਤਾ 'ਚ ਨਹੀਂ ਜਾਣ ਦੇਣਾ ਹੈਗਾ, ਨਹੀਂ ਜਾਣ ਦੇਣਾ ਬਿਪਤਾ 'ਚ। ਉਹਨਾਂ ਨੇ ਤੁਹਾਡੀ ਪਰਮੇਸ਼ਵਰ ਦੇ ਪ੍ਰਤੀ ਇਮਾਨਦਾਰੀ ਦੇ ਵਿੱਚ ਗੜਬੜੀ ਪਾਈ ਰੱਖਣੀ ਹੈ। ਇਹ ਗੱਲ ਏਦਾਂ ਹੀ ਹੈ, ਇਹ ਗੱਲ ਜਿਹੜੀ ਏਦਾਂ ਹੀ ਆ, ਇਹ ਜਿਹੜੀ ਗੱਲ ਹੈ ਇਹ ਏਦਾਂ ਹੀ ਆ। ਜਦੋਂ ਇਹ ਗੱਲ ਏਦਾਂ ਹੀ ਆ, ਇਹ ਗੱਲ ਅਬਰਾਹਮ ਨੂੰ ਸਮਝ ਲੱਗ ਗਈ। ਅਬਰਾਹਮ ਨੂੰ ਆਪਾਂ ਵਿਸ਼ਵਾਸੀਆਂ ਦਾ ਪਿਤਾ ਕਹਿੰਦੇ, ਅਬਰਾਹਮ ਨੂੰ ਸਮਝ ਲੱਗੀ ਗੱਲ। ਜਦੋਂ ਅਬਰਾਹਮ ਨੂੰ ਸਮਝ ਲੱਗ ਗਈ ਤੇ ਉਹਨੂੰ ਪ੍ਰਭੂ ਨੇ ਜਦੋਂ ਪਰਤਾਇਆ ਨਾ ਕਿ ਤੇਰੇ ਪੁੱਤਰ ਇਸਹਾਕ ਦੀ ਕੁਰਬਾਨੀ ਮੇਰੇ ਅੱਗੇ ਚੜਾ, ਜਦੋਂ ਪ੍ਰਭੂ ਨੇ ਉਹਨੂੰ ਪਰਤਾਇਆ ਤੇ ਉਹਨੇ ਆਪਣੀ ਵਾਈਫ ਤੋਂ ਨਹੀਂ ਪੁੱਛਿਆ, ਸਲਾਹ ਨਹੀਂ ਲਈ, ਸਾਰਾ ਨਾਲ ਸਲਾਹ ਨਹੀਂ ਕੀਤੀ। ਤੁਸੀਂ ਸੋਚ ਸਕਦੇ ਹੋ, ਇਸ ਗੱਲ ਨੂੰ ਸਮਝ ਸਕਦੇ ਆ ਕਿ ਜੇਕਰ ਅਬਰਾਹਮ ਸਾਰਾ ਨਾਲ ਸਲਾਹ ਕਰਦਾ ਤੇ ਕਦੀ ਪਰਮੇਸ਼ਵਰ ਦੇ ਅੱਗੇ ਉਹ ਅਜਮਾਇਸ਼ ਵਿੱਚ ਖਰਾ ਨਹੀਂ ਠਹਿਰ ਸਕਦਾ ਸੀਗਾ। ਸਾਰਾ ਇੱਕ ਕਦਮ ਵੀ ਪੁੱਟਣ ਦੇਣ ਦੀ ਤਾਂ ਕਹਿ ਦਿੰਦੇ ਤੁਸੀਂ। ਉਹਨੇ ਕਹਿਣਾ ਮੈਨੂੰ ਮਾਰ ਦੇ ਤਾਂ ਮੇਰਾ ਮੁੰਡਾ ਨਹੀਂ ਕਿਤੇ ਲੈ ਕੇ ਜਾਣਾ। ਤੇ ਕੁਰਬਾਨੀ ਚਾਹੀਦੀ ਉਹਦੀ, ਇਸਹਾਕ ਦੀ, ਸਾਰਾ ਹੀ ਥੋੜ੍ਹਾ ਚਾਹੀਦੀ ਹੈ ਨਾ, ਅਬਰਾਹਮ ਦੀ ਚਾਹੀਦੀ ਹੈ। ਉਹਨਾਂ ਦੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਚਾਹੀਦੀ ਹੈ। ਅੱਜ ਇਹ ਗੱਲ ਦੇਖੋ, ਅਬਰਾਹਮ ਇਸ ਗੱਲ 'ਚ ਕਾਮਯਾਬ ਹੋ ਗਿਆ ਕਿ ਰਿਸ਼ਤਿਆਂ ਤੋਂ ਉੱਪਰ ਉੱਠ ਗਿਆ। ਬੱਜੋ ਨਾ, ਉੱਪਰ ਉੱਠੋ। ਜਦੋਂ ਤੁਸੀਂ ਉੱਪਰ ਉੱਠੋਗੇ, ਜ਼ਿੰਮੇਵਾਰੀਆਂ ਠੀਕ ਨਿਭਾਓਗੇ, ਕਿਉਂਕਿ ਤੁਸੀਂ ਯੋਗ ਬਣ ਜਾਓਗੇ ਜ਼ਿੰਮੇਵਾਰੀਆਂ ਨਿਭਾਉਣ ਦੇ। ਅਗਰ ਤੁਸੀਂ ਫਸ ਜਾਓਗੇ, ਜ਼ਿੰਮੇਵਾਰੀਆਂ ਨਹੀਂ ਨਿਭਾ ਹੋਣੀਆਂ। ਇੱਕ ਫਸਣਾ ਆ, ਇੱਕ ਉੱਪਰ ਉੱਠਣਾ ਆ। ਫਸਿਆ ਹੋਇਆ ਤੇ ਉੱਪਰ ਉੱਠੇ ਹੋਏ 'ਚ ਫਰਕ ਬੜਾ ਹੁੰਦਾ। ਫਸੇ ਹੋਏ ਨੇ ਕੀ ਕਰ ਲੈਣਾ, ਤੜਫ ਸਕਦਾ, ਬਿਲਕ ਸਕਦਾ। ਅੱਜ ਬਿਲਕ ਰਹੇ ਆ, ਤੜਫ ਰਹੇ ਆ। ਤੁਸੀਂ ਜੋ ਜ਼ਿੰਮੇਵਾਰੀਆਂ ਤੁਸੀਂ ਆਪਣੇ ਪਰਿਵਾਰ ਦੇ ਪ੍ਰਤੀ ਨਿਭਾਉਣੀਆਂ ਚਾਹੁੰਦੇ ਆ, ਤੁਹਾਡੇ ਤੋਂ ਨਿਭਾਈ ਨਹੀਂ ਹੁੰਦੀਆਂ ਹੈਗੀਆਂ। ਫੇਲ ਆ ਹਰ ਮੋਰਚੇ ਦੇ ਉੱਤੇ। ਕਿਉਂਕਿ ਤੁਸੀਂ ਆਪਣੇ ਗਲ ਪਾਈਆਂ, ਉਹ ਤੋਂ ਉੱਪਰ ਨਹੀਂ ਉੱਠੇ ਹੈਗੇ। ਜੇ ਤੁਸੀਂ ਅਬਰਾਹਮ ਦੀ ਤਰ੍ਹਾਂ ਉਹ ਤੋਂ ਉੱਪਰ ਉੱਠ ਗਏ, ਜਿਹੜਾ ਉਹਦੇ ਲਈ ਬਾਚਾ ਦਾ ਬੇਟਾ ਸੀ, ਵਾਅਦੇ ਦਾ ਬੇਟਾ ਸੀ, ਉਹ ਤੋਂ ਵੀ ਉੱਪਰ ਉੱਠ ਗਿਆ। ਉਹਨੇ ਲਿਜਾ ਕੇ ਪ੍ਰਭੂ ਦੇ ਅੱਗੇ ਰੱਖ ਦਿੱਤਾ। ਕੋਈ ਕਾਂਡ ਨਹੀਂ ਸੀ, ਰੱਖ ਦਿੱਤਾ ਲਿਜਾ ਕੇ। ਜਵਾ ਕਰਨ ਲੱਗਾ ਸੀਗਾ, ਛੁਰੀ ਉਠਾ ਲਈ ਸੀਗੀ। ਪਰ ਗੱਲ ਕੀ ਹੈ? ਗੱਲ ਬੜੀ ਸਾਫ਼ ਰੂਪ ਵਿੱਚ ਇਹ ਆ ਕਿ ਪ੍ਰਭੂ ਨੇ ਰੋਕ ਦਿੱਤਾ। ਪਰ ਉਹ ਕਾਮਯਾਬ ਕਿੱਦਾਂ ਹੋਇਆ ਕਿ ਉਹਨੇ ਆਪਣੀ ਪਤਨੀ ਉਸ ਰਾਹ ਦੀ ਸਲਾਹ ਨਹੀਂ ਲਈ। ਔਰ ਇਹ ਇਸੇ ਕਰਕੇ ਉਹ ਕਾਮਯਾਬ ਹੋ ਗਿਆ। ਇਸ ਕਰਕੇ ਅੱਜ ਬੇਨਤੀ ਆ, ਇਸ ਗੱਲ ਨੂੰ ਸਮਝ ਜਾਓ। ਅੱਜ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਜੇਕਰ ਠੀਕ ਮਸੀਹੀ ਜੀਵਨ ਜੀਣਾ ਆ ਤੇ ਤੁਹਾਨੂੰ ਆਪਣੇ ਅੰਗ ਸਾਕਾਂ ਤੋਂ ਉੱਪਰ ਉੱਠ ਕੇ ਜੀਣਾ ਪੈਣਾ। ਜਿਵੇਂ ਪ੍ਰਭੂ ਨੇ ਅਬਰਾਹਮ ਨੂੰ ਕਿਹਾ, ਤੂੰ ਆਪਣੇ ਪਿਓ ਦੇ ਘਰ ਨੂੰ, ਉਹਦੇ ਦੇਸ਼ ਨੂੰ ਤੇ ਆਪਣੇ ਅੰਗ ਸਾਕਾਂ ਨੂੰ ਛੱਡ ਕੇ ਮੇਰੇ ਮਗਰ ਤੁਰ ਪਾ। ਛੱਡ ਕੇ ਜਾਣ ਦਾ ਮਤਲਬ ਇਹ ਨਹੀਂ ਕਿ ਰਿਸ਼ਤਿਆਂ ਨੂੰ ਛੱਡ ਕੇ ਜਾਣਾ। ਛੱਡ ਕੇ ਜਾਣ ਦਾ ਮਤਲਬ ਇਹਨਾਂ ਤੋਂ ਉੱਪਰ ਉੱਠ ਕੇ ਜੀਣਾ ਆ। ਇਹ ਤੁਹਾਨੂੰ ਬਲੈਕਮੇਲ ਨਾ ਕਰਨ ਔਰ ਇਹ ਤੁਹਾਨੂੰ ਦੱਬਣ ਨਾ, ਦਬਾਉਣ ਨਾ। ਤੁਸੀਂ ਇਹਨਾਂ ਦੇ ਉੱਪਰ ਯਿਸੂ ਦੇ ਨਾਮ ਵਿੱਚ ਸੱਤਾ ਸਥਾਪਿਤ ਕਰੋ। ਇਹ ਜ਼ਰੂਰੀ ਹੈ। ਜੇ ਤੁਸੀਂ ਏਦਾਂ ਕਰੋਗੇ, ਤੁਸੀਂ ਜ਼ਿੰਦਗੀ ਦੇ ਵਿੱਚ ਬਲੈਕਮੇਲ ਨਹੀਂ ਹੋਵੋਗੇ। ਅੱਜ ਜਿਹੜੇ ਮਾਂ-ਬਾਪ ਔਰ ਰਿਸ਼ਤੇਦਾਰ, ਸਾਰੇ ਭੈਣ ਭਰਾ, ਤੁਹਾਨੂੰ ਪਤਾ ਤੁਸੀਂ ਕਿਹਨਾਂ ਨਾਲ ਕਿੱਦਾਂ ਜੁੜੇ ਹੋਏ ਹੋ। ਤੁਸੀਂ ਪਰਮੇਸ਼ਵਰ ਨਾਲੋਂ ਜ਼ਿਆਦਾ ਆਪਣੇ ਰਿਸ਼ਤਿਆਂ ਨਾਲ ਜੁੜੇ ਹੋ। ਹਿਸਾਬ ਲਾ ਕੇ ਦੇਖ ਲਿਓ, ਤੁਸੀਂ ਪੜਤਾਲ ਕਰਕੇ ਦੇਖ ਲਓ। ਤੁਸੀਂ ਕਹਿੰਦੇ ਅਸੀਂ ਬੜੇ ਭਗਤ ਹਾਂ, ਅਸੀਂ ਬੜੇ ਰੱਬ ਨੂੰ ਮੰਨਦੇ। ਰਿਸ਼ਤਿਆਂ ਨਾਲੋਂ, ਪਰਮੇਸ਼ਵਰ ਨਾਲੋਂ ਜ਼ਿਆਦਾ ਆਪਣੇ ਰਿਸ਼ਤਿਆਂ 'ਚ ਖੁੱਬੇ ਹੋ ਤੁਸੀਂ। ਹਿਸਾਬ ਲਾ ਕੇ ਦੇਖ ਲਓ, ਤੁਹਾਨੂੰ ਸਮਝ ਲੱਗ ਜੂਗੀ ਇਸ ਗੱਲ ਦੀ। ਔਰ ਤੁਸੀਂ ਆਪਣੇ ਮੂੰਹ ਤੇ ਚਪੇੜ ਮਾਰ ਕੇ ਕਹੋਗੇ ਆਪਣਾ ਨਾਮ ਲੈ ਕੇ, ਸੱਚੀ ਤੂੰ ਫਸਿਆ ਹੋਇਆ, ਤੂੰ ਸੱਚੀ ਪਰਮੇਸ਼ਵਰ 'ਚ ਨਹੀਂ ਵੜਿਆ। ਅਜੇ ਕਿੱਥੋਂ ਵੜ ਜਾਊਗਾ? ਮੋਹ ਤਾਂ ਤੇਰੇ 'ਚ ਹੈ। ਹੁਣ ਬਚਨ ਇਹ ਕਹਿੰਦਾ, ਬੜਾ ਸਪਸ਼ਟ ਰੂਪ ਵਿੱਚ ਬਚਨ ਯੋਹੰਨਾ ਕਹਿੰਦਾ, ਜਿਹਦੇ ਵਿੱਚ ਸੰਸਾਰ ਦਾ ਮੋਹ 'ਚ ਪਰਮੇਸ਼ਵਰ ਦਾ ਪ੍ਰੇਮ ਨਹੀਂ ਹੋ ਸਕਦਾ। ਹੁਣ ਸੰਸਾਰ ਦਾ ਮੋਹ ਅੰਦਰ, ਪਰਮੇਸ਼ਵਰ ਦਾ ਪ੍ਰੇਮ ਕਿੱਥੋਂ ਆ ਜਾਵੇ? ਕਿੱਥੇ ਵੜ ਜਾਵੇ? ਥਾਂ ਤਾਂ ਉਹੀ ਹੈ, ਉੱਥੇ ਆ ਕੇ ਬੈਠਾ ਹੋ। ਔਰ ਅੱਜ ਬੜੀ ਸਪਸ਼ਟ ਗੱਲ ਇਹ ਹੈਗੀ ਹੈ, ਜਿਹੜਾ ਬੰਦਾ ਇਸ ਗੱਲ ਨੂੰ ਸਮਝ ਜਾਊਗਾ, ਉਹ ਰਿਸ਼ਤਿਆਂ ਤੋਂ ਉੱਪਰ ਉੱਠੂਗਾ, ਉਹ ਪ੍ਰਭੂ ਨਾਲ ਜੁੜੂਗਾ, ਠੀਕ ਵਿਸ਼ਵਾਸੀ ਦਾ ਜੀਵਨ ਜੀਊਗਾ। ਔਰ ਇਹ ਗੱਲ ਬੜੀ ਸਪਸ਼ਟ ਰੂਪ ਵਿੱਚ ਇੱਦਾਂ ਆ। ਔਰ ਜਦੋਂ ਤੁਸੀਂ ਇਸ ਗੱਲ ਨੂੰ ਸਮਝ ਗਏ, ਤੁਸੀਂ ਅੱਗੇ ਵੱਧ ਜਾਣਾ, ਤੁਸੀਂ ਅਸੀਸਿਤ ਹੋ ਜਾਣਾ। ਇਸ ਤੋਂ ਅੱਗੇ ਆਪਾਂ ਹੁਣ ਗੱਲ ਕਰਦੇ ਨਿਰੋਲ ਰੂਹਾਨੀਅਤ ਦੀ ਗੱਲ ਕਰਦੇ ਕਿ ਰੂਹਾਨੀਅਤ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਇੱਥੇ ਕੀ ਹੈ?
ਜਦੋਂ ਅਸੀਂ ਰੂਹਾਨੀਅਤ ਵਿੱਚ ਜਾਂਦੇ ਇੱਥੇ ਕੀ ਸਿਸਟਮ ਹੈ, ਕੀ ਚੱਲ ਰਿਹਾ ਹੈਗਾ ਇੱਥੇ। ਜਿਹੜਾ ਮੱਤੀ ਇੰਜੀਲ ਦਾ 7ਵਾਂ ਅਧਿਆਇ ਆ 15 ਵਚਨ, ਮੱਤੀ ਇੰਜੀਲ 7ਵਾਂ ਅਧਿਆਇ 15 ਵਚਨ, ਇੱਥੇ ਪ੍ਰਭੂ ਨੇ ਕਿਹਾ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਵਿਗਿਆੜ ਹਨ। ਇਹ ਤੁਸੀਂ ਦੇਖੋ ਹੁਣ ਗੱਲ ਕਿੱਥੇ। ਉੱਥੇ ਪ੍ਰਭੂ ਨੇ ਕਿਹਾ ਮਨੁੱਖਾਂ ਤੋਂ ਹੁਸ਼ਿਆਰ ਰਹੋ, ਉੱਥੇ ਪ੍ਰਭੂ ਨੇ ਕਿਹਾ ਮੈਂ ਤੈਨੂੰ ਭੇਡਾਂ ਵਾਂਗੂ ਬਘਿਆੜਾਂ 'ਚ ਭੇਜਦਾ। ਬਘਿਆੜ ਕਿਹੜੇ ਆ? ਬਘਿਆੜ ਕਿਹੜੇ? ਹੁਣ ਇੱਕ ਗੱਲ ਸੁਣੋ, ਕਈ ਇੰਨੇ ਇਮਾਨਦਾਰ ਆ ਆਪਣੇ ਘਰ ਛੱਡ ਕੇ ਵੀ ਤੁਰ ਪਏ ਆ ਪ੍ਰਭੂ ਦੇ ਮਗਰ। ਕਈ ਇੰਨੇ ਇਮਾਨਦਾਰ ਆ, ਸਲੂਟ ਆ ਉਹਨਾਂ ਨੂੰ ਯਿਸੂ ਦੇ ਨਾਮ ਵਿੱਚ, ਆਪਣੇ ਘਰਾਂ ਨੂੰ ਛੱਡ ਕੇ, ਰਿਸ਼ਤੇਦਾਰਾਂ ਨੂੰ ਛੱਡ ਕੇ, ਪਰਿਵਾਰਾਂ ਨੂੰ ਛੱਡ ਕੇ ਯਿਸੂ ਦੇ ਮਗਰ ਪੂਰੇ ਸਮਰਪਿਤ ਭਾਵ ਨਾਲ ਤੁਰ ਪਏ, ਡੈਡੀਕੇਟਡ ਲਾਈਫ ਜੀ ਰਹੇ, ਸਮਰਪਿਤ ਜੀਵਨ ਜੀ ਰਹੇ ਆ। ਪਰ ਵਸ ਕਿਹਦੇ ਪੈ ਗਏ? ਬਘਿਆੜਾਂ ਦੇ ਪੈ ਗਏ। ਇਹ ਸਭ ਤੋਂ ਖਤਰਨਾਕ ਗੱਲ ਹੋਊਗੀ। ਆਪਣਾ ਪਰਿਵਾਰ ਛੱਡਿਆਂ ਦਾ, ਮਾਂ ਬਾਪ ਛੱਡਿਆਂ ਦੇ, ਸਾਰਾ ਕੁਛ ਛੱਡ ਕੇ ਆ ਗਏ ਤੇ ਵਸ ਕਿਹਦੇ ਪੈ ਗਏ? ਬਘਿਆੜਾਂ ਦੇ। ਬਘਿਆੜ ਕਿਹੜੇ ਆ? ਝੂਠੇ ਨਬੀ, ਝੂਠੇ ਨਬੀ। ਇਹ ਜਿਹੜੀ ਚੀਜ਼ ਆ, ਇਹ ਜਿਹੜੀ ਚੀਜ਼ ਹੈਗੀ ਆ, ਇਹ ਗੱਲ ਬੜੀ ਖਤਰਨਾਕ ਆ। ਇਹ ਗੱਲ ਬੜੀ ਖਤਰਨਾਕ ਆ ਕਿ ਇਸ ਦੁਨੀਆ ਦੇ ਵਿੱਚ ਝੂਠੇ ਨਬੀ ਹੈ। ਜਿਹੜੇ ਇਸ ਦੁਨੀਆ ਦੇ ਵਿੱਚ ਝੂਠੇ ਨਬੀ ਆ, ਉਹ ਕੀ ਕਰ ਰਹੇ? ਬਾਣਾ ਧਾਰਮਿਕਤਾ ਦਾ ਆ, ਮਖੌਟਾ ਧਾਰਮਿਕਤਾ ਦਾ ਆ, ਪਰ ਅੰਦਰ ਸੱਚ ਹੈ ਨਹੀਂ, ਅੰਦਰ ਝੂਠ ਹੈ, ਅੰਦਰ ਕਪਟ ਆ। ਯਿਸੂ ਮਸੀਹ ਨੇ ਮੌਕੇ ਦੇ ਜਿਹੜੇ ਭੇਖਧਾਰੀ ਸੀਗੇ, ਬੜੀ ਕਲੀਅਰ ਭਾਸ਼ਾ ਵਿੱਚ ਉਹਨਾਂ ਨੂੰ ਡਾਂਟਿਆ, ਫਟਕਾਰ ਲਗਾਈ, ਬੜੀ ਕਲੀਅਰ ਭਾਸ਼ਾ ਵਿੱਚ ਡਾਂਟ ਲਗਾਈ, ਫਟਕਾਰ ਲਗਾਈ, ਬਹੁਤ ਕਲੀਅਰ ਭਾਸ਼ਾ ਵਿੱਚ। ਔਰ ਅੱਜ ਗੱਲ ਕਿੱਥੇ ਖੜੀ ਹੈ? ਯਿਸੂ ਮਸੀਹ ਜਦੋਂ ਉਸ ਵਕਤ ਇਹ ਕਹਿ ਰਹੇ ਆ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ। ਨਬੀ ਕੌਣ ਆ? ਬੰਦੇ ਹੀ ਹੁੰਦੇ। ਇਹ ਵੀ ਬੰਦਿਆਂ ਦੀ ਕੈਟਾਗਰੀ ਦੀ ਗੱਲ ਆ, ਇਹ ਸ਼ੈਤਾਨ ਦੀ ਕੈਟਾਗਰੀ ਦੀ ਗੱਲ ਨਹੀਂ ਹੈਗੀ। ਜਦੋਂ ਬੰਦੇ ਗੁੰਮਰਾਹ ਕਰਦੇ ਆ, ਬੰਦੇ ਕਦੋਂ ਗੁੰਮਰਾਹ ਕਰਦੇ? ਤੁਸੀਂ ਇੱਕ ਬੰਦੇ ਨੂੰ ਕਹਿੰਦੇ ਰੱਬ ਦਾ ਬੰਦਾ ਔਰ ਉਹ ਝੂਠਾ ਆ। ਜਦੋਂ ਝੂਠਾ ਆ, ਉਹ ਜਿਹੜਾ ਉਹਦਾ ਝੂਠ ਆ ਉਹ ਇਸ ਹੱਦ ਤੱਕ ਆ, ਜਿਹੜਾ ਉਹਨਾਂ ਦਾ ਝੂਠ ਹੈ ਇਸ ਹੱਦ ਤੱਕ ਆ ਕਿ ਤੁਸੀਂ ਉਹਨੂੰ ਫੜ ਨਹੀਂ ਪਾਉਂਦੇ ਹੈਗੇ, ਤੁਸੀਂ ਉਹਨੂੰ ਪਹਿਚਾਣ ਨਹੀਂ ਪਾਉਂਦੇ ਹੈਗੇ। ਜਦੋਂ ਹੁਣ ਤੁਸੀਂ ਉਹਨੂੰ ਪਹਿਚਾਣ ਨਹੀਂ ਪਾਉਂਦੇ, ਜੋ ਤੁਸੀਂ ਉਹਨੂੰ ਪਹਿਚਾਣ ਨਹੀਂ ਪਾਉਂਦੇ ਹੈਗੇ, ਤੁਸੀਂ ਚੱਕਰ 'ਚ ਪੈ ਜਾਂਦੇ ਆ। ਔਰ ਅੱਜ ਜਿਹੜੀ ਅਵਸਥਾ ਹੈਗੀ ਹੈ, ਅੱਜ ਜਿਹੜੀ ਅਵਸਥਾ ਹੈਗੀ ਆ, ਇਹ ਬੜੀ ਸਪਸ਼ਟ ਰੂਪ ਵਿੱਚ ਇੱਦਾਂ ਦੀ ਆ ਕਿ ਖਰਾਬੀ ਵਾਲੀ ਅਵਸਥਾ ਆ। ਜਿਹੜੀ ਇਹ ਖਰਾਬੀ ਵਾਲੀ ਅਵਸਥਾ ਆ, ਇਹ ਬੜੀ ਖਤਰਨਾਕ ਅਵਸਥਾ ਆ। ਤੇ ਅੱਜ ਪ੍ਰਭੂ ਦੇ ਬੱਚਿਓ ਇਸ ਗੱਲ ਨੂੰ ਸਮਝ ਜਾਓ, ਅੱਜ ਇਸ ਗੱਲ ਨੂੰ ਸਮਝ ਜਾਓ ਕਿ ਜਿਹੜੇ ਤੁਹਾਨੂੰ ਗਲਤ ਕਰਦੇ ਆ ਉਹ ਕੌਣ ਆ? ਜਿਹੜੇ ਤੁਹਾਨੂੰ ਗਲਤ ਕਰਦੇ ਉਹ ਕੌਣ ਆ? ਉਹ ਕੌਣ ਲੋਕ ਆ ਜਿਹੜੇ ਤੁਹਾਨੂੰ ਗਲਤ ਕਰਦੇ? ਉਹ ਕਰਦੇ ਆ ਜਿਹੜੇ ਝੂਠ ਬੋਲਣ ਵਾਲੇ ਆ। ਜਿਹੜੇ ਝੂਠ ਬੋਲਣ ਵਾਲੇ ਹੈਗੇ ਆ, ਉਹ ਕਿੱਦਾਂ ਝੂਠ ਬੋਲਦੇ ਆ? ਉਹ ਚਲਾਕ ਕਿਸਮ ਦੇ ਬੰਦੇ। ਅੱਜ ਵੀ ਜਦੋਂ ਸ਼ੈਤਾਨ ਨੇ ਦੁਨੀਆ ਤੇ ਕੰਮ ਕਰਨਾ ਹੈ ਤੇ ਉਹਨੂੰ ਸਰੀਰ ਚਾਹੀਦੇ। ਇੱਕ ਦਿਨ ਉਹਨੂੰ ਸਰੀਰ ਚਾਹੀਦਾ ਸੀ, ਆਦਮ ਅਤੇ ਹਵਾ ਦੇ ਜ਼ਮਾਨੇ 'ਚ ਉਹਨੂੰ ਸੱਪ ਲੱਭਿਆ। ਸਭ ਜੰਗਲੀ ਜਾਨਵਰਾਂ ਨਾਲੋਂ ਚਾਤਰ ਸੀਗਾ, ਉਹਨੇ ਫੜ ਲਿਆ। ਅੱਜ ਵੀ ਬਹੁਤ ਸਾਰੇ ਬੰਦੇ ਬਹੁਤ ਚਾਤਰ ਆ, ਬਹੁਤ ਚਾਤਰ ਆ, ਉਹਨਾਂ ਨੂੰ ਸ਼ੈਤਾਨ ਫੜ ਲੈਂਦਾ, ਉਹਨਾਂ ਨੂੰ ਸ਼ੈਤਾਨ ਫੜ ਲੈਂਦਾ। ਜਦੋਂ ਉਹਨੂੰ ਸ਼ੈਤਾਨ ਫੜ ਲੈਂਦਾ ਹੈ, ਉਹਨਾਂ ਨੂੰ ਫਿਰ ਯੂਜ਼ ਕਰਦਾ ਉਹਨਾਂ ਨੂੰ। ਜਦੋਂ ਉਹਨੂੰ ਯੂਜ਼ ਕਰਦਾ ਆ, ਫਿਰ ਉਹਨਾਂ ਦੀ ਵਰਤੋਂ ਕਰਦਾ ਆ। ਉਹਨਾਂ ਦੇ ਵਿੱਚ ਜਦੋਂ ਉਹਨਾਂ ਦੀ ਵਰਤੋਂ ਕਰਦਾ ਹੈ ਨਾ, ਫਿਰ ਇੱਦਾਂ ਦੀ ਅਵਸਥਾ ਹੋ ਜਾਂਦੀ ਆ ਕਿ ਉਹ ਸਾਰਾ ਸਿਸਟਮ ਤੁਹਾਡੇ ਖਿਲਾਫ ਹੋ ਜਾਂਦਾ। ਤੁਸੀਂ ਤਾਂ ਇੱਦਾਂ ਮੰਨ ਕੇ ਚੱਲੇ ਹੁੰਦੇ ਆ ਵੀ ਲੈ ਵੀ ਇਹੀ ਸਭ ਕੁਝ ਆ, ਬਾਰੇ ਨਿਆਰੇ ਹੋ ਜਾਣੇ, ਪਰ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਉਹ ਝੂਠ ਬੋਲਦਾ ਹੈ। ਜਦੋਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਝੂਠ ਬੋਲਦਾ, ਜਦੋਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਝੂਠ ਬੋਲਦਾ, ਫਿਰ ਕੀ ਹਾਲਤ ਹੋ ਜਾਂਦੀ ਆ? ਫਿਰ ਪਾੜ ਕੇ ਰੱਖ ਦਿੰਦਾ। ਫਿਰ ਜਿੱਦਾਂ ਬਘਿਆੜ ਪਾੜ ਦਿੰਦਾ ਨਾ, ਇੱਦਾਂ ਪਾੜ ਕੇ ਰੱਖ ਦਿੰਦਾ। ਜਦੋਂ ਉਹ ਪਾੜ ਕੇ ਰੱਖ ਦਿੰਦਾ, ਉਸ ਵਕਤ ਸਥਿਤੀ ਇੱਦਾਂ ਦੀ ਹੋ ਜਾਂਦੀ ਹੈ, ਉਸ ਵਕਤ ਸਥਿਤੀ ਇੱਦਾਂ ਦੀ ਹੋ ਜਾਂਦੀ ਹੈ, ਉਹ ਪੂਰੇ ਰੀਤੀ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰੀਏ, ਪੂਰਨਤਾਈ ਨਾਲ ਫਿਰ ਸਮਝ ਹੀ ਨਹੀਂ ਲੱਗਦੀ ਕੀ ਕਰੀਏ। ਔਰ ਇਹ ਜੋ ਕੁਛ ਵੀ ਹੁੰਦਾ ਆ, ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੁੰਦਾ ਆ। ਅੱਜ ਇਸ ਸੰਸਾਰ ਦੇ ਵਿੱਚ ਜਦੋਂ ਇੱਕ ਵਿਅਕਤੀ ਦੂਸਰੇ ਪਾਸੇ ਜਾਂਦਾ, ਜਿੱਦਾਂ ਗਲਾਤੀਆ ਪਹਿਲੇ ਅਧਿਆਇ ਦੇ 8ਵੇਂ ਵਚਨ 'ਚ ਇਹ ਗੱਲ ਲਿਖੀ ਗਈ ਕਿ ਤੁਸੀਂ ਹੋਰ ਕਿਸੇ ਖੁਸ਼ਖਬਰੀ ਵੱਲ ਜਾ ਰਹੇ। ਗਲਾਤੀਆ ਦੀ ਕਲੀਸਿਆ ਹੋਰ ਕਿਸੇ ਖੁਸ਼ਖਬਰੀ ਵੱਲ ਚੱਲ ਗਈ, ਹੋਰ ਕਿਸੇ ਸਿੱਖਿਆ ਵੱਲ ਚੱਲ ਗਈ। ਹੁਣ ਜਿਹੜੇ ਝੂਠੇ ਨਬੀ ਆ, ਉਹਨਾਂ ਦਾ ਇਸ ਦੁਨੀਆ ਦੇ ਉੱਤੇ ਕੰਮ ਕੀ ਹੈ? ਗਲਤ ਸਿੱਖਿਆਵਾਂ ਦਾ ਫੈਲਾਵ ਕਰਨਾ, ਗਲਤ ਸਿੱਖਿਆਵਾਂ ਦਾ ਪਸਾਰਾ ਕਰਨਾ,
ਗਲਤ ਸਿੱਖਿਆਵਾਂ ਦਾ ਪਸਾਰਾ ਕਰਨਾ। ਇਸ ਦੁਨੀਆ ਦੇ ਵਿੱਚ ਜਿਹੜੀਆਂ ਰੋਂਗ ਡਾਕਟਰੀਨਸ ਆ ਰਹੀਆਂ, ਗਲਤ ਸਿੱਖਿਆਵਾਂ ਆ ਰਹੀਆਂ, ਉਹ ਕੌਣ ਲਿਆ ਰਿਹਾ? ਪਿੱਛੇ ਉਹਦੇ ਕਰਤਾ ਧਰਤਾ ਭਾਵੇਂ ਦੁਸ਼ਟ ਆਤਮਾ ਹੈਗੇ ਆ, ਪਰ ਆਫਟਰ ਆਲ ਉਹਨਾਂ ਦੇ ਸਾਰਾ ਕੁਛ ਦੇ ਜਿਹੜੇ ਮੋਰੇ ਦਿਖਾਈ ਦੇਣ ਵਾਲੇ ਜਿਹੜੇ ਸਵਰੂਪ ਹੈਗੇ ਉਹ ਇਨਸਾਨ ਹੀ ਆ, ਇਨਸਾਨਾਂ ਵਿੱਚ ਦੀ ਹੋ ਰਿਹਾ, ਔਰ ਇਨਸਾਨਾਂ ਦੀ ਚਲਾਕੀ ਉਹ ਯੂਟੀਲਾਈਜ਼ ਕਰ ਰਿਹਾ, ਇਨਸਾਨਾਂ ਦੀ ਹੁਸ਼ਿਆਰੀ, ਉਹਨਾਂ ਦੀ ਐਬਿਲਿਟੀ ਉਹ ਯੂਟੀਲਾਈਜ਼ ਕਰ ਰਿਹਾ, ਯੂਜ਼ ਕਰ ਰਿਹਾ, ਵਰਤ ਰਿਹਾ ਉਹਨੂੰ। ਹੁਣ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਜਿਹੜੇ ਇਸ ਦੁਨੀਆ ਵਿੱਚ ਚਲਾਕ ਬੰਦੇ ਆ, ਉਹ ਕੀ ਕਰਦੇ ਹੈਗੇ ਆ? ਉਹ ਬੰਦੇ ਨੂੰ ਇਸ ਹੱਦ ਤੱਕ ਉਲਝਾ ਦਿੰਦੇ ਆ ਕਿ ਝੂਠ ਬੋਲ ਬੋਲ ਕੇ ਇੱਕ ਵਿਅਕਤੀ ਦਾ ਵਿਸ਼ਵਾਸ ਖਰਾਬ ਕਰਦੇ ਆ। ਔਰ ਜਿਹੜੇ ਵਿਸ਼ਵਾਸ ਖਰਾਬ ਕਰਨ ਵਾਲੇ ਲੋਕ ਆ, ਉਹਨਾਂ ਦੀ ਪਹਿਚਾਣ ਕੀ ਹੈ? ਉਹਨਾਂ ਦੀ ਪਹਿਚਾਣ ਇਹ ਆ ਕਿ ਉਹ ਕਹੂਗੇ ਤੂੰ ਮੇਰੇ ਤੇ ਵਿਸ਼ਵਾਸ ਕਰ, ਜੋ ਮੈਂ ਕਹਿੰਦਾ ਉਹ ਮੰਨ। ਇਹ ਜਿਹੜੀ ਗੱਲ ਆ, ਅੱਜ ਇਸ ਗੱਲ ਨੂੰ ਠੀਕ ਸਮਝ ਜਾਓ ਕਿ ਜਿਹੜਾ ਝੂਠ ਬੋਲਣ ਵਾਲਾ ਬੰਦਾ ਆ, ਉਹ ਇਹ ਕਹੂਗਾ ਕਿ ਤੂੰ ਮੇਰੇ ਤੇ ਵਿਸ਼ਵਾਸ ਕਰ, ਚਾਹੇ ਕੋਈ ਜੋ ਮੇਰੇ ਬਾਰੇ ਮਰਜ਼ੀ ਕਹੇ, ਪਰ ਤੂੰ ਮੇਰੇ ਤੇ ਵਿਸ਼ਵਾਸ ਕਰਨੋਂ ਨਹੀਂ ਹਟਣਾ। ਪਰ ਇਹ ਗੱਲ ਆ, ਇੱਕ ਸਕਾਲਰ ਨੇ ਇਦਾਂ ਲਿਖਿਆ, ਕਹਿੰਦਾ ਜਰਮਨੀ ਜਦ ਤੱਕ ਉਜੜ ਨਹੀਂ ਨਾ ਗਿਆ, ਜਰਮਨੀ ਦੇ ਲੋਕਾਂ ਨੇ ਹਿਟਲਰ ਨੂੰ ਆਪਣਾ ਪੂਰਨ ਰੀਤੀ ਨਾਲ ਅਗੂਆ ਮੰਨਿਆ। ਤੇ ਅੱਜ ਆਪਣੇ ਉਜਾੜੇ ਦਾ ਤਮਾਸ਼ਾ ਨਾ ਦੇਖੋ, ਉਜਾੜੇ ਦਾ ਸਮਾਂ ਨਾ ਉਡੀਕੋ। ਇੱਥੇ ਪ੍ਰਭੂ ਨੇ ਵਚਨ ਜਿਹੜਾ ਬੜੀ ਕਲੀਅਰ ਭਾਸ਼ਾ ਵਿੱਚ ਅੱਗੇ ਕਿਹਾ, ਜਿਹੜਾ ਮੱਤੀ 6 ਅਧਿਆਏ ਆਪਾਂ 15 ਵਚਨ ਪੜ੍ਹਿਆ, ਪ੍ਰਭੂ ਨੇ ਅੱਗੇ ਕਿਹਾ, ਕਹਿੰਦਾ ਉਹਨਾਂ ਦੇ ਫਲਾਂ ਤੁਸੀਂ ਉਹਨੂੰ ਪਛਾਣੋਗੇ। ਕਹਿੰਦਾ ਕੰਡਿਆਲਿਆਂ ਤੋਂ ਦਾਖਾਂ ਨਹੀਂ ਤੇ ਊਂਟ ਕਟਾਰਿਆਂ ਤੋਂ ਹੰਜੀਰ ਨਹੀਂ ਤੋੜ ਹੁੰਦੇ ਹੈਗੇ। ਜੇ ਬਿਰਛ ਅੱਛਾ ਤੇ ਫਲ ਵੀ ਅੱਛਾ ਹੋਊਗਾ, ਜੇ ਬਿਰਛ ਮਾੜਾ ਤੇ ਫਲ ਵੀ ਬੁਰਾ ਹੋਣਾ। ਹੁਣ ਇਹ ਜਿਹੜੀ ਗੱਲ ਆ, ਫਲ ਕਿੱਥੇ ਹੈ? ਪ੍ਰਭੂ ਕਹਿੰਦਾ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸੋ ਇਹਦੇ ਰਾਜ ਵਿੱਚ ਵੜੇਗਾ, ਬਲਕਿ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਹੁਣ ਜਿਹੜੀ ਆਹ ਗੱਲ ਆ, ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ ਅਸੀਂ ਤੇਰਾ ਨਾਮ ਲੈ ਕੇ ਅਗੰਬਾਕ ਨਹੀਂ ਕੀਤਾ, ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ, ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਤਦ ਮੈਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ, ਹੇ ਬੁਰਿਆਰੋ ਮੇਰੇ ਕੋਲੋਂ ਚਲੇ ਜਾਓ। ਉਹ ਜਿਹੜੀ ਗੱਲ ਆ ਬੜੀ ਸਪਸ਼ਟ ਰੂਪ ਵਿੱਚ ਇੱਥੇ ਬੋਲ ਰਹੇ ਪ੍ਰਭੂ ਜੀ। ਪ੍ਰਭੂ ਨੇ ਕੋਈ ਪਰਦਾ ਨਹੀਂ ਰੱਖਿਆ ਮੇਰੇ ਭੈਣ ਭਰਾਓ, ਪ੍ਰਭੂ ਬੇਪਰਦਾ ਬੋਲ ਰਹੇ ਆ। ਔਰ ਪ੍ਰਭੂ ਕਹਿ ਰਹੇ ਆ ਫਲ ਹੋਣਾ ਚਾਹੀਦਾ। ਜਿਹੜੇ ਮੈਨੂੰ ਪ੍ਰਭੂ ਕਹਿੰਦੇ ਉਹੀ ਨਹੀਂ ਹੈਗੇ ਮੇਰੇ, ਜਿਹੜੇ ਮੇਰੀ ਆਗਿਆ ਤੇ ਚੱਲਦੇ ਉਹ ਮੇਰੇ। ਹੁਣ ਪ੍ਰਭੂ ਦੀ ਆਗਿਆ ਤਾਂ ਇਹ ਆ ਕਿ ਸਾਰੀ ਮਹਿਮਾ ਪਰਮੇਸ਼ਵਰ ਦੀ, ਸਾਰੀ ਮਹਿਮਾ ਪਰਮੇਸ਼ਵਰ ਦੀ। ਹੁਣ ਜਦੋਂ ਸਾਰੀ ਮਹਿਮਾ ਪਰਮੇਸ਼ਵਰ ਦੀ ਆ, ਜਿਹੜਾ ਕਹਿੰਦਾ ਮੇਰੀ ਮਹਿਮਾ ਕਰੋ, ਮੇਰੇ ਪਿੱਛੇ ਚੱਲੋ, ਮੈਨੂੰ ਆਪਣਾ ਬਾਪ ਮੰਨੋ, ਮੈਨੂੰ ਆਪਣਾ ਕਰਤਾ ਧਰਤਾ ਮੰਨੋ। ਕੇਵਲ ਕਈ ਲੋਕ ਕਹਿੰਦੇ ਆ ਪੌਲਸ ਨੇ ਆਪਣੇ ਕਈ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡਾ ਪਿਤਾ, ਆਤਮਿਕ ਪਿਤਾ ਦੀ ਗੱਲ ਆ। ਉਹ ਇਹ ਨਹੀਂ ਲੋਕਾਂ ਨੂੰ ਕਹਿੰਦਾ ਸੀ ਮੈਨੂੰ ਆਤਮਿਕ ਪਿਤਾ ਕਹੋ, ਉਹ ਇਹ ਕਹਿੰਦਾ ਸੀਗਾ ਕਿ ਤੁਸੀਂ ਇੱਕ ਪਿਓ ਵਾਂਗੂ, ਜਿੱਦਾਂ ਇੱਕ ਪਿਓ ਨੂੰ ਗੱਲ ਮੰਨਣੀ ਚਾਹੀਦੀ ਹੈ ਨਾ, ਪਿਓ ਦੀ ਗੱਲ ਉਹਦੇ ਬੱਚਿਆਂ ਨੂੰ ਮੰਨਣੀ ਚਾਹੀਦੀ, ਤੁਸੀਂ ਇੱਦਾਂ ਮੇਰੀ ਗੱਲ ਮੰਨੋ, ਇੱਦਾਂ ਗੱਲ ਮੰਨੋ। ਇਸ ਕਰਕੇ ਉਹ ਕਹਿੰਦਾ ਤੁਸੀਂ ਕਲੀਸਿਆ ਨੂੰ ਡਾਂਟਦਾ, ਔਰ ਇੱਕ ਡਾਂਟ ਦੇ ਸ਼ਬਦ ਵਿੱਚ ਉਹ ਕਹਿੰਦਾ, ਉਹਨਾਂ ਨੂੰ ਇਹ ਵੀ ਕਹਿੰਦਾ ਮੈਂ ਤੁਹਾਡੇ ਨਾਲ ਪਿਆਰ ਤੇ ਨਰਮਾਈ ਦੇ ਆਤਮਾ ਨਾਲ ਆਵਾਂ ਕਿ ਸੋਟਾ ਫੜ ਗਿਆ ਆਵਾਂ। ਕਿਉਂ ਕਹਿੰਦਾ ਉਹ? ਤੁਸੀਂ ਪਹਿਲਾ ਗ੍ਰੰਥੀਆ ਪਹਿਲਾ ਦੂਸਰਾ ਤੀਸਰਾ ਅਧਿਆਇ ਪੜ੍ਹ ਕੇ ਦੇਖ ਲਓ ਕਿਉਂ ਕਹਿੰਦਾ ਉਹ। ਕਿਉਂਕਿ ਕਲੀਸਿਆ ਦਾ ਵਿਸ਼ਵਾਸ ਪੌਲਸ ਤੇ ਹੋ ਗਿਆ, ਅਪੋਲੋਸ ਤੇ ਹੋ ਗਿਆ, ਕੇਫਾਸ ਤੇ ਹੋ ਗਿਆ, ਤੇ ਯਿਸੂ ਮਸੀਹ ਤੇ ਚੌਥੇ ਬੰਦੇ ਦਾ ਵਿਸ਼ਵਾਸ ਆ। ਤੇ ਤੀਸਰੇ ਅਧਿਆਇ ਵਿੱਚ ਉਹ ਇਹ ਕਹਿੰਦਾ, ਤੀਸਰੇ ਅਧਿਆਇ ਵਿੱਚ ਬੜੀ ਸਪਸ਼ਟ ਗੱਲ ਇਹ ਬੋਲਦਾ, ਕਹਿੰਦਾ ਤੁਹਾਡੇ ਵਿੱਚ ਜਲਨ ਤੇ ਝਗੜੇ ਆ, ਤੁਸੀਂ ਕਿੱਥੋਂ ਆਤਮਿਕ ਹੋ ਗਏ ਦੱਸੋ? ਤੁਹਾਨੂੰ ਕਿਹੜਾ ਮੈਂ ਕਹਿੰਦਾ ਆਤਮਿਕ ਖੁਰਾਕ ਦਵਾਂ? ਤੁਹਾਨੂੰ ਤਾਂ ਅਜੇ ਕਹਿੰਦਾ ਦੁੱਧ ਪਿਲਾਉਣਾ, ਅੰਨ ਨਹੀਂ ਤੁਹਾਨੂੰ ਖਿਲਾ ਸਕਦਾ, ਕਿਉਂਕਿ ਤੁਸੀਂ ਇਹਦੇ ਜੋਗੇ ਹੀ ਨਹੀਂ ਹੈਗੇ। ਔਰ ਇਹ ਕਹਿੰਦਾ ਪੌਲਸ ਕੌਣ ਆ, ਅਪੋਲੋਸ ਕੌਣ ਆ? ਨਿਰੇ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਵਿਸ਼ਵਾਸ ਕੀਤਾ। ਤੇ ਅੱਜ ਜੇ ਹੁਣ ਕਰਤਾ ਧਰਤਾ ਬਣ ਜਾਵੇ ਇੱਕ ਸੇਵਕ, ਤਾਂ ਫਿਰ ਪ੍ਰੋਬਲਮ ਹੈ। ਔਰ ਇਹ ਜਿਹੜੀ ਗੱਲ ਆ ਬੜੀ ਸਪਸ਼ਟ ਰੂਪ ਵਿੱਚ ਇੱਦਾਂ ਆ, ਵਿਸ਼ਵਾਸ ਨੇ ਯਾਤਰਾ ਕਰਨੀ ਹੈ, ਵਿਸ਼ਵਾਸ ਨੇ ਯਾਤਰਾ ਕਰਨੀ। ਜਿਹੜੀ ਵਿਸ਼ਵਾਸ ਦੀ ਯਾਤਰਾ ਹੈ ਉਹ ਸਾਨੂੰ ਯੂਹੰਨਾ ਦੀ ਇੰਜੀਲ ਦੇ ਚੌਥੇ ਅਧਿਆਇ ਵਿੱਚ ਦਿਖਾਈ ਦਿੰਦੀ ਹੈ। ਵਿਸ਼ਵਾਸ ਦੀ ਯਾਤਰਾ ਹੋਣੀ ਜ਼ਰੂਰੀ ਹੈ। ਯੂਹੰਨਾ ਦੀ ਇੰਜੀਲ ਦੇ ਚੌਥੇ ਅਧਿਆਇ ਦੇ ਵਿੱਚ 39 ਵਚਨ ਤੋਂ ਇੱਕ ਗੱਲ ਹੈ, ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਮੀ ਦੇ ਕਹਿਣੇ ਕਰਕੇ ਉਸ ਉੱਤੇ ਨਿਹਚਾ ਕੀਤੀ ਕਿ ਉਹਨੇ ਸਾਖੀ ਦਿੱਤੀ ਸੀ ਭਈ ਜੋ ਕੁਝ ਮੈਂ ਕੀਤਾ ਹੈ ਉਸਨੇ ਸਭੋ ਮੈਨੂੰ ਦੱਸ ਦਿੱਤਾ। ਸੋ ਉਹਨਾਂ ਸਾਮਰੀਆਂ ਨੇ ਜਾਂ ਉਸ ਦੇ ਕੋਲ ਆਏ ਤਾਂ ਉਸ ਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲ ਹੀ ਰਹੋ। ਫਿਰ ਉਹ 2 ਦਿਨ ਉੱਥੇ ਰਿਹਾ ਔਰ ਉਸਨੇ
ਉਸ ਦੇ ਬਚਨ ਦੇ ਕਾਰਨ ਹੋਰ ਬਹੁਤਿਆਂ ਨੇ ਨੇਚਾ ਕੀਤੀ ਅਤੇ ਉਸ ਤੀਮੀ ਨੂੰ ਕਿਹਾ, ਹੁਣ ਜੋ ਅਸੀਂ ਨੇਚਾ ਕਰਦੇ ਹਾਂ ਸੋ ਤੇਰੇ ਕਹਿਣੇ ਕਰਕੇ ਨਹੀਂ, ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ। ਹੁਣ ਇੱਕ ਦਿਨ ਉਹਨਾਂ ਨੇ ਜਿਹੜੀ ਇਹ ਵਿਸ਼ਵਾਸ ਕੀਤਾ, ਨੇਚਾ ਕੀਤੀ ਸੀ, ਉਹ ਸਾਮਰੀ ਤੀਮੀ ਦੇ ਕਹਿਣ ਤੇ ਕੀਤੀ ਸੀ। ਪਰ ਹੁਣ ਅਗਲੀ ਗੱਲ ਕੀ ਹੋ ਗਈ? ਹੁਣ ਅਗਲੀ ਗੱਲ ਇਹ ਹੋ ਗਈ ਕਿ ਹੁਣ ਉਹ ਜਾ ਕੇ ਯੀਸ਼ੂ ਮਸੀਹ ਨੂੰ ਮਿਲੇ ਆ, ਤੇ ਹੁਣ ਯੀਸ਼ੂ ਮਸੀਹ ਨੂੰ ਮਿਲਣ ਤੋਂ ਬਾਅਦ ਉਹ ਮਸੀਹ ਬਣ ਗਏ ਔਰ ਉਹ ਸਾਮਰੀ ਔਰਤ ਨੂੰ ਕਹਿੰਦੇ ਆ, ਅਸੀਂ ਇੱਕ ਦਿਨ ਤੇਰੇ ਕਹਿਣ ਕਰਕੇ ਵਿਸ਼ਵਾਸ ਕੀਤਾ ਸੀ, ਪਰ ਹੁਣ ਅਸੀਂ ਯੀਸ਼ੂ ਨੂੰ ਜਾਣ ਲਿਆ ਕਿ ਇਹੀ ਨਬੀ ਆ, ਇਹੀ ਖਿਸਟ, ਇਹੀ ਮੁਕਤੀਦਾਤਾ, ਇਹੀ ਪ੍ਰਭੂ ਆ। ਇਹਦਾ ਮਤਲਬ ਨਹੀਂ ਪਹਿਲਾਂ ਉਸ ਔਰਤ ਤੇ ਵਿਸ਼ਵਾਸ ਕੀਤਾ ਫਿਰ ਯੀਸ਼ੂ ਮਸੀਹ ਤੇ ਵਿਸ਼ਵਾਸ ਕੀਤਾ। ਅੱਜ ਵੀ ਬੜੀ ਜ਼ਰੂਰਤ ਹੈ ਇਸ ਗੱਲ ਦੀ ਕਿ ਤੁਹਾਡਾ ਵਿਸ਼ਵਾਸ ਯੀਸ਼ੂ ਮਸੀਹ ਤੇ ਚਲਾ ਜਾਏ। ਪਹਿਲਾਂ ਜਿਹਨੇ ਗਵਾਹੀ ਦਿੱਤੀ ਉਹ ਤੇ ਗਿਆ, ਫਿਰ ਪਾਦਰੀ ਸਾਹਿਬ ਤੇ ਗਿਆ। ਕਈ ਵਾਰੀ ਪਾਦਰੀ ਸਾਹਿਬ ਤੇ ਜਾ ਕੇ ਰੁਕ ਜਾਂਦਾ, ਉੱਥੇ ਰੁਕਣਾ ਨਹੀਂ ਚਾਹੀਦਾ। ਪਾਸਟਰ ਸਾਹਿਬ ਦੀਆਂ ਗੱਲਾਂ ਮੰਨਣੀਆਂ ਆ, ਆਗਿਆਵਾਂ ਮੰਨਣੀਆਂ, ਜੋ ਬਚਨ ਜੋ ਦਿੰਦੇ ਆ ਸਮਝਣਾ ਆ, ਪਰ ਵਿਸ਼ਵਾਸ ਜਿਹੜਾ 100% ਤੁਹਾਡਾ ਯੀਸ਼ੂ ਮਸੀਹ ਤੇ ਹੋਣਾ ਚਾਹੀਦਾ। ਅਗਰ ਤੁਸੀਂ ਯੀਸ਼ੂ ਮਸੀਹ ਤੇ 100% ਵਿਸ਼ਵਾਸ ਕਰੋਗੇ ਨਾ, ਤਾਂ ਹੀ ਤੁਸੀਂ ਯੀਸ਼ੂ ਮਸੀਹ ਵਰਗੇ ਬਣ ਸਕਦੇ, ਔਰ ਤਾਂ ਹੀ ਤੁਸੀਂ ਯੀਸ਼ੂ ਮਸੀਹ ਨਾਲ ਡਾਇਰੈਕਟਲੀ ਜੁੜ ਸਕਦੇ ਆ, ਔਰ ਤਾਂ ਹੀ ਤੁਸੀਂ ਸਵਰਗ ਵਿੱਚ ਜਾ ਸਕਦੇ ਆ, ਔਰ ਤਾਂ ਹੀ ਤੁਸੀਂ ਇਦਾਂ ਹੋ ਸਕਦਾ ਕਿ ਠੋਕਰ ਖਾ ਕੇ ਡਿੱਗੋਗੇ ਨਹੀਂ, ਬਲਕਿ ਤੁਸੀਂ ਬਚ ਜਾਓਗੇ ਔਰ 100% ਅਸੀਸਿਤ ਹੋ ਜਾਓਗੇ। ਔਰ ਹੁਣ ਜਿਹੜੀ ਇਹ ਚੀਜ਼ ਆ, ਇਹ ਬੜੀ ਸਪਸ਼ਟ ਰੂਪ ਵਿੱਚ ਇਦਾਂ ਆ ਕਿ ਇਦਾਂ ਕਰਨੀ ਹੈ। ਇਸ ਲਈ ਅੱਜ ਬੇਨਤੀ ਆ ਕਿ ਤੁਹਾਡਾ ਵਿਸ਼ਵਾਸ ਯੀਸ਼ੂ ਮਸੀਹ ਤੇ ਜਾਵੇ, ਹੁਣ ਪਹਿਲਾ ਕੁਰਿੰਥੀਆਂ 2 ਅਧਿਆਇ ਦੇ ਵਿੱਚ ਪੌਲਸ ਬੜਾ ਕਲੀਅਰ ਹੈ ਇਸ ਏਜੰਡੇ ਦੇ ਉੱਤੇ ਕਿ ਉਹਦਾ ਜਿਹੜਾ ਪ੍ਰਚਾਰ ਕਰਨ ਦਾ ਜਿਹੜਾ ਏਜੰਡਾ ਉਹ ਕੀ ਆ, ਕਿੱਥੇ ਪ੍ਰਚਾਰ ਕਰ ਰਿਹਾ, ਕਿਹੜੀ ਗੱਲ ਤੇ ਪ੍ਰਚਾਰ ਕਰ ਰਿਹਾ। 2 ਅਧਿਆਇ 5ਵਾਂ ਵਚਨ ਦੱਸਦਾ ਹੈ, ਤਾਂ ਜੋ ਤੁਹਾਡੀ ਨਿਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਵਰ ਦੀ ਸਮਰਥਾ ਉੱਤੇ ਠਹਿਰੇ। ਉਹ ਕਹਿੰਦਾ, ਮੈਂ ਜਦੋਂ ਤੁਹਾਡੇ 'ਚ ਆਇਆ ਗਿਆਨ ਦੀਆਂ ਮਾਂ ਵਾਲੀਆਂ ਗੱਲਾਂ ਲੈ ਕੇ ਨਹੀਂ ਆਇਆ, ਮੈਂ ਆਪਣੇ ਆਪ ਨੂੰ ਵਿਦਵਾਨ ਸਾਬਤ ਨਹੀਂ ਕੀਤਾ, ਮੈਂ ਆਪਣੇ ਆਪ ਨੂੰ ਸਾਮਰਥੀ ਸਾਬਤ ਨਹੀਂ ਕੀਤਾ। ਮੈਂ ਤੁਹਾਡੇ ਵਿੱਚ ਇਸ ਗੱਲ ਤੋਂ ਡਰਦਾ ਸੀਗਾ ਕਿ ਤੁਹਾਡਾ ਭਰੋਸਾ ਕਿਤੇ ਮੇਰੇ ਤੇ ਨਾ ਹੋ ਜਾਵੇ, ਤੁਹਾਡਾ ਭਰੋਸਾ ਠੀਕ ਯੀਸ਼ੂ ਮਸੀਹ ਤੇ ਹੋਣਾ ਚਾਹੀਦਾ। ਤੇ ਅੱਜ ਜਿਹੜੀ ਗੱਲ ਬੜੀ ਸਪਸ਼ਟ ਰੂਪ ਵਿੱਚ ਇਹ ਹੈਗੀ ਆ ਕਿ ਉਹ ਇਹ ਗੱਲ ਕਿਉਂ ਸੋਚਦਾ, ਕਿਉਂਕਿ ਉਹ ਇਸ ਗੱਲ ਦੇ ਲਈ ਵਚਨਬੱਧ ਆ ਕਿ ਮੈਂ ਕਲੀਸਿਆ ਨੂੰ ਆਪਣਾ ਗੁਲਾਮ ਨਹੀਂ ਬਣਾਉਣਾ ਹੈਗਾ, ਯੀਸ਼ੂ ਮਸੀਹ ਦਾ ਭਗਤ ਬਣਾਉਣਾ, ਯੀਸ਼ੂ ਮਸੀਹ ਦੇ ਪ੍ਰੇਮੀ ਬਣਾਉਣਾ, ਯੀਸ਼ੂ ਮਸੀਹ ਨਾਲ ਜੋੜਨਾ। ਤੇ ਅੱਜ ਪੌਲਸ ਇਸ ਗੱਲ ਤੇ ਬੜਾ ਕਲੀਅਰ ਆ, ਪੌਲਸ ਸਪਸ਼ਟ ਹੈ ਇਸ ਗੱਲ ਤੇ। ਜਦੋਂ ਸਪਸ਼ਟ ਹੈ ਇਸ ਗੱਲ ਤੇ ਉਹ ਇਸ ਗੱਲ ਨੂੰ ਬੜਾ ਸਪਸ਼ਟ ਰੂਪ ਵਿੱਚ ਬੋਲਦਾ ਹੈ। ਜਦੋਂ ਬੜਾ ਸਪਸ਼ਟ ਰੂਪ ਵਿੱਚ ਬੋਲਦਾ ਤੇ ਉਹ ਇਦਾਂ ਹੀ ਅੱਗੇ ਵਧ ਰਿਹਾ। ਜਦੋਂ ਪਹਿਲਾ ਕੁਰਿੰਥੀਆਂ 6ਵਾਂ ਅਧਿਆਇ ਉਹਦਾ 20 ਵਚਨ ਪੜ੍ਹਦੇ ਆ, ਉਹ ਕਹਿੰਦਾ, ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਵਡਿਆਈ ਕਰੋ। ਔਰ 7ਵਾਂ ਅਧਿਆਇ 23 ਵਚਨ ਜਦੋਂ ਬੋਲਦਾ, ਤੁਸੀਂ ਮੁੱਲ ਨਾਲ ਲਏ ਹੋਏ ਹੋ, ਮਨੁੱਖਾਂ ਦੇ ਗੁਲਾਮ ਨਾ ਬਣੋ। ਇੱਥੇ ਉਹ ਵਚਨ ਬੋਲਦਾ, ਤੁਸੀਂ ਮੁੱਲ ਨਾਲ ਲਏ ਹੋ। ਮੁੱਲ ਤੁਹਾਨੂੰ ਕਿਹਨੇ ਲਿਆ? ਮੁੱਲ ਤੁਹਾਨੂੰ ਪਾਦਰੀ ਸਾਹਿਬ ਨੇ ਨਹੀਂ ਲਿਆ ਹੈਗਾ, ਮੁੱਲ ਤੁਹਾਨੂੰ ਲਿਆ ਹੈਗਾ ਯੀਸ਼ੂ ਮਸੀਹ ਨੇ। ਵਿਸ਼ਵਾਸੀਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਇਸ ਗੱਲ ਨੂੰ ਸਮਝੋ, ਤੁਹਾਨੂੰ ਮੁੱਲ ਕਿਸੇ ਦੁਨੀਆ ਦੇ ਸੇਵਕ ਨੇ ਨਹੀਂ ਲਿਆ ਹੈਗਾ, ਤੁਹਾਨੂੰ ਮੁੱਲ ਲਿਆ ਹੈਗਾ ਯੀਸ਼ੂ ਮਸੀਹ ਨਾਸਰੀ ਨੇ। ਔਰ ਜਿਹਨੇ ਆਪਣੇ ਆਪ ਦੀ ਕੀਮਤ ਦਿੱਤੀ। ਅਸੀਂ ਕੀ ਕੀਮਤ ਦਿੱਤੀ ਹੈ? ਕੁਛ ਨਹੀਂ ਦਿੱਤੀ। ਕੀ ਕੀਮਤ ਦੇ ਸਕਦੇ ਹਾਂ ਅਸੀਂ? ਕੁਛ ਨਹੀਂ ਦੇ ਸਕਦੇ ਹੈਗੇ। ਜੇ ਸਾਡੇ ਕੋਲ ਕੀਮਤ ਹੁੰਦੀ ਤਾਂ ਅਸੀਂ ਆਪਣੇ ਆਪ ਨਾ ਬਚ ਜਾਂਦੇ। ਅਸੀਂ ਤਾਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ, ਤੁਹਾਨੂੰ ਕਿੱਥੋਂ ਬਚਾ ਲਾਂਗੇ? ਜੇਕਰ ਯੀਸ਼ੂ ਮਸੀਹ ਸਾਨੂੰ ਨਾ ਬਚਾਵੇ, ਅਸੀਂ ਤੁਹਾਨੂੰ ਬਚਾ ਨਹੀਂ ਸਕਦੇ। ਚਾਹੇ ਜੋ ਮਰਜ਼ੀ ਬਣੇ ਹੋਈ, ਚਾਹੇ ਜਿਹੜੀ ਮਰਜ਼ੀ ਵੱਡੇ ਨਾਮ ਲੱਖ ਲਈਏ ਮੋਹਰੇ, ਕਿਉਂਕਿ ਨਾਮ ਅੱਜ ਕੱਲ੍ਹ ਆਪਣੀ ਮਰਜ਼ੀ ਜੋ ਮਰਜ਼ੀ ਲਿਖ ਲਓ ਮੋਹਰੇ। ਤੁਸੀਂ ਲਿਖ ਲਓ ਜੋ ਮਰਜ਼ੀ, ਤੁਹਾਡੀ ਮਰਜ਼ੀ ਹੈ। ਲੋਕਾਂ ਤੁਹਾਨੂੰ ਉਹ ਕਹਿਣ ਲੱਗ ਪੈਣਾ, ਜੋ ਤੁਸੀਂ ਕਹਿਣਾ, ਲੋਕਾਂ ਨੂੰ ਕਹਿਣਾ ਮੈਨੂੰ ਆਹ ਕਿਹਾ ਕਰੋ, ਤੁਹਾਨੂੰ ਲੋਕਾਂ ਤੁਹਾਨੂੰ ਕਹਿਣ ਲੱਗ ਜਾਣਾ। ਪਰ ਇੱਕ ਗੱਲ ਬੜੀ ਸਾਫ਼ ਇਹ ਆ, ਲੋਕੀ ਕੀ ਕਹਿੰਦੇ ਪਰਮੇਸ਼ਰ ਨੇ ਇਹ ਨਹੀਂ ਦੇਖਣਾ ਹੈਗਾ, ਪਰਮੇਸ਼ਰ ਕੀ ਕਹਿੰਦਾ ਪਰਮੇਸ਼ਰ ਨੇ ਇਹ ਦੇਖਣਾ। ਤੁਸੀਂ ਹੋ ਕੀ, ਪਰਮੇਸ਼ਰ ਨੇ ਇਹ ਦੇਖਣਾ। ਹੁਣ ਇੱਥੇ ਗੱਲ ਬੜੀ ਸਾਫ਼ ਰੂਪ ਵਿੱਚ ਇਹ ਹੈਗੀ ਆ ਕਿ ਤੁਹਾਨੂੰ ਮੁੱਲ ਲਿਆ ਹੈਗਾ ਪ੍ਰਭੂ ਯੀਸ਼ੂ ਮਸੀਹ ਨੇ, ਔਰ ਜਿਹਨੇ ਤੁਹਾਨੂੰ ਮੁੱਲ ਲਿਆ ਆ, ਤੁਸੀਂ ਉਹਦੇ ਆ। ਮਨੁੱਖਾਂ ਦੇ ਗੁਲਾਮ ਨਾ ਬਣ ਜਿਓ। ਔਰ ਮਨੁੱਖ ਕੀ ਕਰਨਗੇ? ਮਨੁੱਖ ਹੁਸ਼ਿਆਰੀ ਕਰਕੇ ਤੁਹਾਨੂੰ ਆਪਣੇ ਗੁਲਾਮ ਬਣਾਉਣਗੇ। ਪਹਿਲਾਂ ਰਿਸ਼ਤੇਦਾਰਾਂ ਨੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ, ਉੱਥੋਂ ਬਚ ਗਏ। ਹੁਣ ਤੁਸੀਂ ਨਬੀਆਂ ਦੇ ਮਗਰ ਤੁਰ ਪਏ, ਹੁਣ ਨਬੀਆਂ ਨੇ ਗੁਲਾਮ ਬਣਾ ਲਿਆ, ਇੱਥੋਂ ਕਿੱਦਾਂ ਬਚੋਗੇ? ਜੇ ਤੁਹਾਡੇ ਕੋਲ ਪਰਮੇਸ਼ਰ ਦੇ ਬਚਨ ਦੀ ਠੀਕ ਵਿਆਖਿਆ ਹੋਏਗੀ,
ਜੇਕਰ ਤੁਹਾਡੇ ਕੋਲ ਪਰਮੇਸ਼ਰ ਦੇ ਵਚਨ ਦਾ ਠੀਕ ਗਿਆਨ ਹੋਏਗਾ, ਤੁਸੀਂ ਬਚ ਸਕਦੇ। ਤੁਹਾਡੇ ਕੋਲ ਕਸੌਟੀ ਹੋਣੀ ਚਾਹੀਦੀ ਠੀਕ ਗੱਲ ਨੂੰ ਠੀਕ ਸਮਝਣ ਦੀ, ਔਰ ਗਲਤ ਗੱਲ ਨੂੰ ਗਲਤ ਸਮਝਣ ਦੀ। ਅਗਰ ਨਹੀਂ ਹੈਗੀ ਤਾਂ ਸਮੱਸਿਆ ਹੈ, ਅਗਰ ਨਹੀਂ ਹੈਗੀ ਤਾਂ ਸਮੱਸਿਆ ਹੈ। ਇਸ ਲਈ ਜਿਹੜਾ ਦੂਸਰਾ ਯਹੋਨਾ ਉਹਦਾ 9ਵਾਂ ਵਚਨ ਆ, ਉੱਥੇ ਪ੍ਰਭੂ ਦਾ ਵਚਨ ਇਹ ਦੱਸਦਾ ਹੈ ਕਿ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਨਹੀਂ ਖੜਾ ਹੁੰਦਾ, ਉਹਦੇ ਕੋਲ ਪਰਮੇਸ਼ਰ ਨਹੀਂ ਹੈਗਾ। ਜਿਹੜਾ ਆਗੂ ਬਣਨ ਦਾ ਮਤਲਬ ਇਹ ਨਹੀਂ ਕਿ ਪਾਸਟਰ ਬਣ ਗਏ ਜਾਂ ਪ੍ਰਚਾਰਕ ਬਣ ਗਏ ਜਾਂ ਨਬੀ ਬਣ ਗਏ। ਆਗੂ ਬਣ ਕੇ ਦਾ ਮਤਲਬ ਆ ਪ੍ਰਭੂ ਦੀਆਂ ਗੱਲਾਂ ਨੂੰ ਮੰਨਣ ਵਿੱਚ ਅੱਗੇ ਹੋਣਾ। ਕੋਈ ਮੰਨੇ ਚਾਹੇ ਨਾ ਮੰਨੇ, ਕਲੀਸਿਆ 'ਚ 200 300 400 500 ਬੰਦਾ, ਕੋਈ ਨਾ ਮੰਨੇ, ਭਾਵੇਂ ਤੁਸੀਂ ਮੰਨਣਾ। ਅੱਜ ਕਿੱਦਾਂ ਚੱਲਦੇ ਆ, ਉਹ ਵੀ ਤਾਂ ਇਦਾਂ ਹੀ ਕਰਦੀ ਆ, ਉਹ ਵੀ ਇਦਾਂ ਹੀ ਕਰਦਾ, ਮੈਂ ਵੀ ਇਦਾਂ ਕਰ ਲੈਂਦੀ ਆ, ਮੈਂ ਵੀ ਇਦਾਂ ਕਰ ਲੈਂਦਾ। ਇਦਾਂ ਨਹੀਂ ਚੱਲਣਾ। ਉਹ ਕੀ ਪਤਾ ਬਚਨ ਮੰਨਦਾ ਕਿ ਨਹੀਂ ਮੰਨਦਾ, ਤੈਨੂੰ ਕੀ ਪਤਾ ਉਹ ਮੰਨਦਾ। ਤੁਸੀਂ ਕਹਿੰਦੇ ਇੰਨੇ ਸਾਲਾਂ ਚਰਚ ਆਉਂਦੀ ਹੋ, ਇੰਨੇ ਸਾਲਾਂ ਚਰਚ ਆਉਂਦਾ, ਜਿੱਦਾਂ ਉਹ ਕਰਦੀ ਆ, ਜਿੱਦਾਂ ਉਹ ਕਰਦਾ ਉਦਾਂ ਕਰਨ ਲੱਗ ਜਾਂਦੇ। ਇਦਾਂ ਨਹੀਂ, ਜਿੱਦਾਂ ਪ੍ਰਭੂ ਕਹਿੰਦਾ, ਜਿੱਦਾਂ ਪ੍ਰਭੂ ਦਾ ਬਚਨ ਕਹਿੰਦਾ ਉਦਾਂ ਕਰਨੀ। ਲੋਕਾਂ ਨੂੰ ਨਹੀਂ ਕਾਪੀ ਕਰਨੀ, ਬਿਲਕੁਲ ਨਹੀਂ ਕਾਪੀ ਕਰਨੀ। ਜੇਕਰ ਤੁਸੀਂ ਕਾਪੀ ਕਰਨ ਲੱਗੋਗੇ ਨਾ, ਮਾਰੇ ਜਾਓਗੇ। ਕੀ ਪਤਾ ਉਹ ਕੀ ਕਰਨ ਡਿਆ, ਤੁਹਾਨੂੰ ਕੀ ਪਤਾ ਕੀ ਕਰਦਾ ਉਹ। ਭਾਵੇਂ 20 ਸਾਲਾਂ ਚਰਚ ਜਾਂਦਾ, ਕੀ ਪਤਾ ਉਹਨੇ ਤੋਬਾ ਕੀਤੀ ਕਿ ਨਹੀਂ ਕੀਤੀ, ਇਹ ਤਾਂ ਪ੍ਰਭੂ ਜਾਣਦਾ। ਕੀ ਪਤਾ ਉਹਦਾ ਚਾਲ ਚਲਣ ਗਲਤ ਹੈ ਕਿ ਠੀਕ ਹੈ, ਤੈਨੂੰ ਕੀ ਪਤਾ। ਇਸ ਲਈ ਜੋ ਤੈਨੂੰ ਵਚਨ ਕਹਿੰਦਾ ਉਹ ਕਰ। ਕਿਸੇ ਬੰਦੇ ਨੂੰ ਆਪਣਾ ਆਦਰਸ਼ ਨਾ ਬਣਾ ਲਈਓ, ਕਿਸੇ ਬੰਦੇ ਨੂੰ ਆਪਣਾ ਆਦਰਸ਼ ਨਾ ਬਣਾਓ। ਆਪਣਾ ਆਦਰਸ਼ ਯਿਸੂ ਮਸੀਹ ਨੂੰ ਬਣਾਓ, ਕਿਉਂਕਿ ਅਸੀਂ ਉਹਦੀ ਪੂਰੀ ਡੀਲ ਤੇ ਖੜੇ ਹੋਣਾ। ਬੰਦਿਆਂ ਨੂੰ ਆਦਰਸ਼ ਬਣਾਉਂਗੇ ਤਾਂ ਚੱਕਰ 'ਚ ਪੈ ਜਾਓਗੇ, ਉਲਝ ਜਾਓਗੇ, ਕਿਉਂਕਿ ਪ੍ਰਭੂ ਵਰਗਾ ਦਰਿਆ ਦਿਲ ਇਸ ਦੁਨੀਆ ਤੇ ਨਹੀਂ ਹੈਗਾ। ਯਿਸੂ ਮਸੀਹ ਦਰਿਆ ਦਿਲ ਤੁਸੀਂ ਦੇਖੋ। ਯਿਸੂ ਮਸੀਹ ਮਰਕੁਸ ਇੰਜੀਲ 9ਵੇਂ ਅਧਿਆਏ ਦੇ 38 ਔਰ 39 ਵਚਨ 'ਚ ਇੱਕ ਗੱਲ ਮਿਲਦੀ ਹੈ। ਇੱਕ ਬੰਦਾ ਯਿਸੂ ਮਸੀਹ ਦੇ ਮਗਰ ਚੱਲਦਾ ਹੀ ਨਹੀਂ, ਭੂਤ ਕੱਢੀ ਜਾਂਦਾ। ਚੇਲੇ ਕਹਿੰਦੇ ਪ੍ਰਭੂ ਉਹ ਮਗਰ ਨਹੀਂ ਚੱਲਦਾ ਹੈਗਾ, ਉਹ ਭੂਤ ਕੱਢੀ ਜਾਂਦਾ। ਯਹੋਨਾ ਬੜਾ ਪਿਆਰ ਵਾਲਾ ਬੰਦਾ ਹੈ, ਪਰ ਉਹ ਵੀ ਕੰਪਲੇਂਟ ਕਰਦਾ ਹੈ। ਯਹੋਨਾ ਨੇ ਉਹਨੂੰ ਆਖਿਆ, ਗੁਰੂ ਜੀ ਅਸੀਂ ਇੱਕ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹਨੂੰ ਵਰਜਿਆ, ਇਸ ਲਈ ਜੋ ਉਹ ਸਾਡੇ ਪਿੱਛੇ ਨਹੀਂ ਸੀ ਚੱਲਦਾ। ਪਰ ਯੀਸ਼ੂ ਨੇ ਕਿਹਾ ਉਹਨੂੰ ਨਾ ਵਰਜੋ, ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਕਰਾਮਾਤ ਕਰੇ ਔਰ ਉਵੇਂ ਮੈਨੂੰ ਬੁਰਾ ਕਹਿ ਸਕੇ। ਯੀਸ਼ੂ ਮਸੀਹ ਦਾ ਮਗਰ ਨਹੀਂ ਚੱਲਦਾ, ਯੀਸ਼ੂ ਦੇ ਨਾਂ 'ਚ ਭੂਤ ਕੱਢਦਾ। ਉਹ ਚੇਲੇ ਕਹਿੰਦੇ ਰੋਕ ਦਈਏ ਉਹਨੂੰ, ਪ੍ਰਭੂ ਕਹਿੰਦਾ ਨਹੀਂ, ਕੱਢ ਲੈਣ ਦੋ। ਏਦਾਂ ਦਾ ਦਰਿਆ ਦਿਲ ਪ੍ਰਭੂ ਯਿਸੂ ਮਸੀਹ ਹੈ। ਤੇ ਅੱਜ ਜੇ ਕਿਸੇ ਆਗੂਏ ਨੂੰ ਕਹੀਏ ਤੇਰਾ ਉਹ ਬੰਦਾ ਉਹ ਏਦਾਂ ਸੇਵਾ ਕਰਨ ਲੱਗਿਆ, ਉਹਦਾ ਨਹੀਂ ਬਰਾਓ ਇਹਨੂੰ ਆਰਾਮ ਨਾਲ, ਇਹਨੂੰ ਕਿਹਨੇ ਮਸਾ ਕਰਤਾ, ਇਹਨੂੰ ਕਿਹਨੇ ਮਸਾ ਕਰਤਾ। ਓ ਮਾਈ ਲਾਰਡ, ਅੱਜ ਬੇਨਤੀ ਆ ਝੂਠੇ ਨਬੀਆਂ ਤੋਂ ਹੁਸ਼ਿਆਰ ਹੋ ਜਾਓ। ਇਹਨਾਂ ਨੇ ਤੁਹਾਡੀ ਆਤਮਾ ਨੂੰ ਖਾ ਜਾਣਾ, ਇਹ ਬਗਿਆੜ ਆ, ਇਹਨਾਂ ਨੇ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ। ਤੁਸੀਂ ਆਪਣੇ ਘਰਦਿਆਂ ਨੂੰ ਛੱਡ ਕੇ ਆ ਗਏ ਆ, ਤੁਹਾਡੇ ਸਮਾਜ ਨੂੰ ਠੋਕਰ ਮਾਰ ਕੇ ਆ ਗਏ ਆ, ਰਿਸ਼ਤੇਦਾਰ ਰੁੱਸੇ ਹੋਏ ਆ, ਉਹਨਾਂ ਨੂੰ ਮੁੜ ਕੇ ਨਹੀਂ ਤੁਸੀਂ ਜਾਂਦੇ ਮਨਾਉਣ ਦੇ ਲਈ ਵੀ, ਔਰ ਝੂਠੇ ਨਬੀ ਤੁਹਾਨੂੰ ਮਾਰੀ ਜਾਂਦੇ ਆ। ਚੌਕਸ ਹੋ ਜਾਓ ਇਸ ਗੱਲ 'ਚ। ਅਗਰ ਉਹਦਾ ਫਰੂਟ ਠੀਕ ਨਹੀਂ ਹੈਗਾ, ਉਹਦਾ ਫਲ ਠੀਕ ਨਹੀਂ ਹੈਗਾ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਉਹਦਾ ਫਲ ਨਹੀਂ ਹੈਗਾ, ਤੇ ਉਸ ਗੱਲ ਨੂੰ ਜਾਣ ਲਓ ਕਿ ਉਹ ਝੂਠਾ ਹੈ। ਉਹਦਾ ਫਲ ਇਹ ਨਹੀਂ ਹੈਗਾ ਕਿ ਉਹ ਕਹਿੰਦਾ ਤਾਂ ਹੋ ਜਾਂਦਾ, ਨਹੀਂ। ਕਿਉਂਕਿ ਇੱਥੇ ਪ੍ਰਭੂ ਨੇ ਕਿਹਾ ਉਹਨਾਂ ਨੂੰ, ਤੁਸੀਂ ਆਉਂਦੇ ਦਿਨ ਮੈਨੂੰ ਕਹੋਗੇ ਅਸੀਂ ਤੇਰਾ ਨਾਮ ਲੈ ਕੇ ਭਵਿੱਖਬਾਣੀ ਕੀਤੀ। ਭਵਿੱਖਬਾਣੀ ਪੂਰੀ ਹੋਈ, ਕੀਤੀ ਸੀ, ਪੂਰੀ ਹੋ ਗਈ, ਅਗੰਮ ਅਗ ਪੂਰਾ ਹੋ ਗਿਆ। ਫਿਰ ਭੂਤ ਕੱਢਦੇ ਭੂਤ ਨਿਕਲੇ ਹੀ ਗਏ, ਬਿਮਾਰ ਚੰਗੇ ਕਰਦੇ ਬਿਮਾਰ ਚੰਗੇ ਹੋ ਹੀ ਗਏ, ਪਰ ਫਲ ਨਹੀਂ ਸੀ ਅੰਦਰ। ਪਰਮੇਸ਼ਰ ਦਾ ਪ੍ਰੇਮ ਨਹੀਂ ਸੀ, ਪਰਮੇਸ਼ਰ ਦੀ ਸ਼ਾਂਤੀ ਨਹੀਂ ਸੀ, ਪਰਮੇਸ਼ਰ ਦੀ ਧੀਰਜ ਨਹੀਂ ਸੀ, ਪਰਮੇਸ਼ਰ ਦੀ ਪਵਿੱਤਰਤਾ ਹੀ ਨਹੀਂ ਸੀ, ਪਰਮੇਸ਼ਰ ਨਾਲ ਕਨੈਕਟਡ ਨਹੀਂ ਸੀ। ਬਸ ਜਿੱਦ ਵਾਲੀਆਂ ਪ੍ਰਾਰਥਨਾ ਕਰਦਾ, ਜਿੱਦ ਪ੍ਰਭੂ ਹੋਣਾ ਹੀ ਚਾਹੀਦਾ। ਪ੍ਰਭੂ ਕਹਿੰਦਾ ਜਾ ਕਰ ਦਿੰਦੇ ਜਾ। ਇੱਕ ਪ੍ਰਾਰਥਨਾ ਇਸੇ ਤੱਕ ਹੀ ਆ, ਪ੍ਰਭੂ ਹੋਣਾ ਹੀ ਚਾਹੀਦਾ। ਪ੍ਰਭੂ ਕਹਿੰਦਾ ਜਾ ਕਰ ਦਿੰਦੇ, ਚੱਲ ਜਾ। ਇੱਕ ਪ੍ਰਾਰਥਨਾ ਇਹ ਆ, ਪ੍ਰਭੂ ਮੈਨੂੰ ਤੂੰ ਮਿਲਣਾ ਚਾਹੀਦਾ, ਮੈਂ ਤੇਰੇ ਨਾਲ ਮਿਲਣਾ ਚਾਹੀਦਾ, ਤੂੰ ਮੇਰੇ ਨਾਲ ਮਿਲਣਾ ਚਾਹੀਦਾ, ਤੂੰ ਤੇ ਮੈਂ ਇੱਕ ਹੋਣੇ ਚਾਹੀਦੇ ਆ। ਇਹ ਕੌਣ ਕਰਦਾ ਪ੍ਰਾਰਥਨਾ? ਇਸ ਲਈ ਬੇਨਤੀ ਆ, ਅੱਜ ਬੇਨਤੀ ਇਸ ਗੱਲ ਨੂੰ ਸਮਝ ਜਾਓ, ਯਿਸੂ ਮਸੀਹ ਦੇ ਨਾਮ ਵਿੱਚ ਬਹੁਤ ਕੁਝ ਤੁਸੀਂ ਹੋ ਸਕਦਾ ਕੁਰਬਾਨ ਕਰ ਦਿੱਤਾ ਹੋਵੇ। ਕਿਉਂਕਿ ਪੌਲਸ ਕਹਿੰਦਾ ਏਦਾਂ ਨਾ ਹੋਵੇ ਕਿ ਸਰੀਰ ਸੁਣਨ ਵਾਸਤੇ ਦੇ ਦੇਵੇਂ ਤੇ ਤੇਰੇ 'ਚ ਪਿਆਰ ਨਾ ਹੋਵੇ ਤੇ ਬਾਹਰ ਹੀ ਰਹਿ ਜਾਵੇਂ। ਏਦਾਂ ਨਾ ਹੋਵੇ ਕਿ ਭਵਿੱਖਬਾਣੀਆਂ ਕਰਨ ਵਾਲਾ ਬਣ ਜਾਵੇਂ ਤੇ ਤੇਰੇ 'ਚ ਪਰਮੇਸ਼ਰ ਦਾ ਪਿਆਰ ਨਾ ਹੋਵੇ ਤਾਂ ਬਾਹਰ ਹੀ ਰਹਿ ਜਾਵੇਂ। ਏਦਾਂ ਨਾ ਹੋਵੇ ਕਰਾਮਾਤਾਂ ਕਰਨ ਵਾਲਾ ਬਣ ਜਾਵੇਂ ਤੇ 'ਚ ਪਰਮੇਸ਼ਰ ਦਾ ਪ੍ਰੇਮ ਨਾ ਹੋਵੇ ਤਾਂ ਬਾਹਰ ਹੀ ਰਹਿ ਜਾਵੇਂ। ਏਦਾਂ ਨਾ ਹੋਵੇ ਕਿ ਤੂੰ ਵੱਡੇ ਵੱਡੇ ਅਚੰਭੇ ਖੜੇ ਕਰੇ ਔਰ ਦੁਸ਼ਟ ਆਤਮਾ ਨੂੰ ਕੱਢੇ ਔਰ ਅਚਰਜ ਕੰਮ ਕਰੇ ਤੇ 'ਚ ਪਰਮੇਸ਼ਰ ਦਾ ਪ੍ਰੇਮ ਨਾ ਹੋਵੇ ਤਾਂ ਬਾਹਰ ਹੀ ਰਹਿ ਜਾਵੇਂ। ਏਦਾਂ ਨਾ ਹੋਵੇ। ਪ੍ਰੇਮ ਹੋਣਾ ਚਾਹੀਦਾ ਪਰਮੇਸ਼ਰ ਦਾ, ਤੇਰੇ 'ਚ ਫਲ ਹੋਣਾ ਚਾਹੀਦਾ ਪਰਮੇਸ਼ਰ ਦਾ। ਇਹ ਜਿਹੜਾ ਫਲ ਆ ਜ਼ਰੂਰੀ ਹੈ।
ਜੇਕਰ ਪਰਮੇਸ਼ਰ ਦਾ ਫਰੂਟ ਨਹੀਂ ਹੈਗਾ ਤੇਰੇ, ਜੇਕਰ ਪਰਮੇਸ਼ਰ ਦਾ ਫਲ ਨਹੀਂ ਹੈਗਾ ਤੇਰੇ 'ਚ, ਤੇ ਗੜਬੜੀ ਆ। ਇਸ ਲਈ ਬੇਨਤੀ ਆ, ਐਂਡ ਤੇ ਕਿਤੇ ਬਾਜੀ ਨਾ ਹਾਰ ਜਾਇਓ। ਬਾਜੀ ਜਿੱਤਣ ਦੇ ਲਈ ਜ਼ਰੂਰੀ ਆ, ਜਿੱਦਾਂ ਮਨੁੱਖਾਂ ਤੋਂ, ਰਿਸ਼ਤੇਦਾਰਾਂ ਤੋਂ ਸਾਵਧਾਨ ਹੋ ਗਏ, ਇੱਥੇ ਵੀ ਝੂਠੇ ਨਬੀਆਂ ਤੋਂ ਸਾਵਧਾਨ ਹੋ ਜਾਓ। ਪਤਾ ਨਹੀਂ ਕਿਹੜਾ ਇੱਦਾਂ ਦੇ ਚਿੱਟੇ ਕੱਪੜਿਆਂ 'ਚ ਬਘਿਆੜ ਫਿਰਦਾ, ਪਤਾ ਨਹੀਂ ਕਿਹੜਾ ਟਾਈਟਲ ਲਾ ਕੇ ਬਘਿਆੜ ਫਿਰਦਾ, ਪਤਾ ਨਹੀਂ ਨਾਮ ਦੇ ਮੋਹਰੇ ਕੀ ਲੱਗਾ ਹੈ ਨਾ। ਇਹ ਦੇਖੋ ਉਹਦੇ ਵਿੱਚ ਕੀ ਹੈ। ਔਰ ਅੱਜ ਗੱਲ ਬੜੀ ਸਪਸ਼ਟ ਰੂਪ ਵਿੱਚ ਇਹ ਹੈਗੀ ਹੈ, ਰਿਸ਼ਤੇਦਾਰ, ਭੈਣ ਭਾਈ, ਉਹਨਾਂ ਤੋਂ ਸਾਵਧਾਨ ਹੋਣਾ। ਔਰ ਦੂਸਰੀ ਗੱਲ, ਜਦੋਂ ਧਾਰਮਿਕ ਖੇਤਰ ਵਿੱਚ ਆ ਗਏ, ਯਿਸੂ ਮਸੀਹ ਨੂੰ ਮੰਨਣ ਲੱਗ ਗਏ, ਇੱਥੇ ਵੀ ਸਾਵਧਾਨ ਹੋਣਾ ਪੈਣਾ। ਜੇਕਰ ਇੱਥੇ ਵੀ ਸਾਵਧਾਨ ਨਾ ਹੋਏ ਤਾਂ ਇੱਥੇ ਏਦਾਂ ਨਾ ਹੋਵੇ ਕਿ ਸਾਰਾ ਕੁਝ ਦਾਅ ਤੇ ਲਾਉਣ ਤੋਂ ਬਾਅਦ ਵੀ ਰਹਿ ਜਾਓ, ਸਾਰਾ ਕੁਝ ਦਾਅ ਤੇ ਲਾਉਣ ਤੋਂ ਬਾਅਦ ਵੀ ਰਹਿ ਜਾਓ, ਕਿਤੇ ਏਦਾਂ ਨਾ ਹੋ ਜਾਵੇ। ਔਰ ਆ ਜਿਹੜਾ ਟਾਈਮ ਏਦਾਂ ਦਾ ਆ ਕਿ ਸ਼ੈਤਾਨ ਜਿਹੜਾ ਸਾਨੂੰ ਏਦਾਂ ਸ਼ੈਤਾਨੀ ਕਰਦਾ ਵੀ ਕਿਤੇ ਆਖਰੀ ਸਮੇਂ ਕਿਤੇ ਹੱਥ ਆ ਜਾਵੇ। ਆਖਰੀ ਸਮੇਂ ਇੱਕ ਬੰਦਿਆਂ ਦੀ ਕਿਸਮ ਆ ਜਿਹਦਾ ਇੱਥੇ ਵਰਣਨ ਕੀਤਾ ਗਿਆ 1 ਤਿਮੋਥੀਉਸ 4 ਅਧਿਆਇ 3 ਵਚਨ ਦੇ ਵਿੱਚ, 2 ਵਚਨ ਦੇ ਵਿੱਚ। 1 ਤਿਮੋਥੀਉਸ 4 ਅਧਿਆਇ 2 ਵਚਨ। ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ, ਜਿਨ੍ਹਾਂ ਦਾ ਆਪਣਾ ਹੀ ਅੰਤःਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ। ਕਈ ਇਦਾਂ ਦੇ ਆ ਜਿਨ੍ਹਾਂ ਦਾ ਜਿਹੜਾ ਅੰਤःਕਰਨ ਉਹ ਤੇ ਅਸਰ ਕੋਈ ਨਹੀਂ ਹੁੰਦਾ, ਚਾਹੇ ਜਿਹੜੀ ਮਰਜ਼ੀ ਬਾਣੀ ਪੜ੍ਹ ਲੈਣ, ਜਿਹੜੀ ਮਰਜ਼ੀ ਬਾਣੀ ਸੁਣ ਲੈਣ, ਜਿਹੜੀ ਮਰਜ਼ੀ ਬਾਣੀ ਸੁਣਾ ਦੇਣ, ਆਪਣੇ ਤੇ ਕੋਈ ਅਸਰ ਨਹੀਂ ਹੁੰਦਾ। ਇੰਨਾ ਸਟਰੋਂਗ ਆ ਉਹ ਬੰਦੇ। ਉਹ ਸਟਰੋਂਗ ਕਿੱਦਾਂ ਆ? ਜਿੱਦਾਂ ਇੱਕ ਮਾਸ ਨੂੰ ਤੱਤੇ ਲੋਹੇ ਨਾਲ ਦਾਗ ਦਿੰਦੇ ਆ ਨਾ, ਉਹਨੂੰ ਕੋਈ ਫੀਲਿੰਗ ਨਹੀਂ ਹੁੰਦੀ, ਉਹ ਫੀਲਿੰਗ ਖਤਮ ਹੋ ਜਾਂਦੀ ਹੈ। ਅੱਜ ਮੇਰੇ ਭੈਣ ਭਰਾ ਬਹੁਤ ਸਾਰੇ ਇਦਾਂ ਦੇ ਹੋਏ ਜਿਹਨਾਂ ਨੂੰ ਫੀਲਿੰਗ, ਪਰਮੇਸ਼ਵਰ ਦੀ ਫੀਲਿੰਗ ਖਤਮ ਹੋ ਗਈ ਹੈ, ਪਰ ਬੋਲੀ ਜਾਂਦੇ ਆ, ਚੱਕੀ ਜਾਂਦੇ ਫੱਟੇ ਸਾਰੇ। ਇਹੋ ਲੋਕ ਜਿਹੜੇ ਝੂਠੇ ਨਬੀ ਆ, ਜਿਨ੍ਹਾਂ ਦੇ ਅੰਦਰ ਕੋਈ ਅਸਰ ਨਹੀਂ ਹੁੰਦਾ, ਅੰਦਰੋਂ ਕੋਈ ਬਦਲਾਵ ਹੀ ਨਹੀਂ ਆਉਂਦਾ, ਕਦੀ ਉਹਦੀ ਮੰਗੇ ਨਹੀਂ ਉੱਠਦੀ ਕਿ ਬਦਲ ਜਾਈਏ, ਨਹੀਂ ਉੱਠਦੀ ਹੈਗੀ। ਇਸ ਲਈ ਅੱਜ ਬੇਨਤੀ ਆ, ਕਿਤੇ ਧੋਖੇ ਦੇ ਸ਼ਿਕਾਰ ਨਾ ਹੋ ਜਾਈਓ। ਪ੍ਰਭੂ ਨੇ ਕਹਿ ਦਿੱਤਾ ਜੋ ਕਹਿਣਾ ਸੀ, ਪ੍ਰਭੂ ਨੇ ਕਹਿ ਦਿੱਤਾ ਜੋ ਕਹਿਣਾ ਸੀਗਾ। ਮਨੁੱਖ 2 ਪ੍ਰਕਾਰ ਦੇ ਮਨੁੱਖਾਂ ਦੀ ਗੱਲ ਕੀਤੀ, ਰਿਸ਼ਤੇਦਾਰਾਂ ਦੀ ਔਰ ਆਤਮਿਕ ਲੋਕਾਂ ਦੀ, ਜਿਹੜੇ ਕਹਿੰਦੇ ਅਸੀਂ ਆਤਮਿਕ ਆ। 2 ਲੋਕਾਂ ਦੀ ਗੱਲ ਪ੍ਰਭੂ ਨੇ ਕਰ ਦਿੱਤੀ ਹੈ। ਔਰ ਅੱਜ ਗੱਲ ਇਹ ਆ, ਬਚਾਓ ਉਹਦੇ ਵਿੱਚ ਰਹਿਣਾ, ਚੌਕਸ ਰਹਿਣਾ, ਹੁਸ਼ਿਆਰ ਰਹਿਣਾ ਅੱਜ ਸਾਡੀ ਜ਼ਿੰਮੇਵਾਰੀ ਹੈ। ਮੈਂ ਇੱਕ ਪ੍ਰਚਾਰਕ ਹਾਂ, ਮੇਰਾ ਫਰਜ਼ ਆ ਠੀਕ ਗੱਲ ਦੱਸਾਂ, ਤੁਹਾਡਾ ਕੰਮ ਹੈ ਠੀਕ ਗੱਲ ਨੂੰ ਗ੍ਰਹਿਣ ਕਰੋ ਔਰ ਪਰਖ ਕੇ ਗ੍ਰਹਿਣ ਕਰੋ। ਚੈੱਕ ਕਰ ਲਓ, ਜੇ ਨਹੀਂ ਅਜੇ ਤੱਕ ਸਮਝ ਲੱਗਦਾ ਤਾਂ ਦੇਖ ਲਓ, ਪਰ ਇਹ ਗੱਲ ਇੱਦਾਂ ਹੀ ਨਿਕਲਣੀ ਆ। ਔਰ ਜਦੋਂ ਇੱਦਾਂ ਹੀ ਨਿਕਲਣ ਨੂੰ ਦੇਖੋਗੇ, ਕਬੂਲ ਕਰੋ ਔਰ ਯਿਸੂ ਨਾਮ ਵਿੱਚ ਚੌਕਸ ਹੋ ਜਾਓ। ਆਓ ਪ੍ਰਾਰਥਨਾ ਕਰਦੇ ਹਾਂ। ਸਾਮਰਥੀ ਪਰਮੇਸ਼ਵਰ, ਅੱਜ ਤੇਰੀ ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ, ਤੇਰਾ ਵੱਡਾ ਜਲਾਲ ਪ੍ਰਭੂ ਕਲੀਸਿਆ ਲਈ ਹੋਵੇ, ਗੁੰਮਰਾਹ ਨਾ ਹੋਣ, ਜਿਹੜੇ ਮੋਹ ਦੇ ਬੰਧਨ ਆ ਪ੍ਰਭੂ ਟੁੱਟ ਜਾਣ, ਤੇਰੇ ਬੱਚੇ ਰਿਸ਼ਤੇ ਜ਼ਿੰਮੇਵਾਰੀਆਂ ਨਿਭਾਉਣ, ਰਿਸ਼ਤੇਦਾਰੀਆਂ ਨਿਭਾਉਣ, ਪਰ ਉੱਪਰ ਉੱਠ ਕੇ, ਗੁਲਾਮ ਹੋ ਕੇ ਨਹੀਂ, ਉੱਪਰ ਉੱਠ ਕੇ। ਅੱਜ ਖੁਦਾਵੰਦ ਤੇਰੀ ਮਹਾਨ ਮਹਿਮਾ ਨੂੰ ਜ਼ਾਹਰ ਕਰੋ, ਤੇਰੇ ਬੜੇ ਜਲਾਲ ਨੂੰ ਜ਼ਾਹਰ ਕਰੋ, ਤੇਰੀ ਗ੍ਰੇਟ ਅਨਾਇੰਟਿੰਗ ਨੂੰ ਜ਼ਾਹਰ ਕਰੋ ਔਰ ਸਭ ਕੁਝ ਠੀਕ ਸਿਖਾ ਦਿਓ ਔਰ ਪਾ ਦਿਓ ਅੰਦਰ ਪ੍ਰਭੂ ਜੀ। ਔਰ ਜਦੋਂ ਹੁਣ ਪ੍ਰਭੂ ਤੇਰੇ ਰਾਹ ਚੱਲਦੇ ਆ, ਕੋਈ ਝੂਠਾ ਨਬੀ, ਕੋਈ ਝੂਠਾ ਪ੍ਰਚਾਰਕ ਪ੍ਰਭੂ ਤੇਰੇ ਲੋਕਾਂ ਨੂੰ ਨਾਸ਼ ਨਾ ਕਰ ਸਕੇ, ਕੋਈ ਬਘਿਆੜ ਪਾੜ ਨਾ ਸਕੇ, ਤੇਰੇ ਬੱਚੇ ਬਚਾਏ ਜਾਣ ਪ੍ਰਭੂ, ਸਭ ਨੂੰ ਹੁਸ਼ਿਆਰੀ ਚੌਕਸੀ ਦੇ ਔਰ ਸਭ ਸੇਵ ਹੋ ਜਾਣ, ਔਰ ਕਿਸੇ ਦਾ ਵੀ ਨੁਕਸਾਨ ਨਾ ਹੋਵੇ, ਸਭ ਬਚਾਏ ਜਾਣ। ਕਿਰਪਾ ਹੋਵੇ। ਔਰ ਜਿੰਨੇ ਇਸ ਮਾਧਿਅਮ ਦੁਆਰਾ ਪ੍ਰਭੂ ਸਾਰੇ ਸੁਣ ਰਹੇ ਆ, ਸਮਝ ਰਹੇ ਆ, ਪ੍ਰਾਰਥਨਾ ਵਿੱਚ ਸ਼ਾਮਲ ਆ, ਸਭ ਅਸੀਸਿਤ ਹੋ ਜਾਣ ਔਰ ਸਭ 100% ਆਜ਼ਾਦ ਹੋ ਕੇ ਅੱਗੇ ਚੱਲਣ ਔਰ ਜੀਵਨ ਨਾਲ ਭਰ ਜਾਣ। ਧੰਨਵਾਦ ਪ੍ਰਭੂ, ਤੂੰ ਖਰੀਦਿਆ, ਤੂੰ ਮੁੱਲ ਲਿਆ, ਤੇਰੇ ਅਧੀਨ ਹੋ ਕੇ ਚੱਲੀਏ, ਤੇਰੀ ਮਰਜ਼ੀ ਪੂਰੀ ਕਰੀਏ, ਐਸੀ ਬਖਸ਼ਿਸ਼ ਕਰੋ। ਇਹ ਸਾਰੀਆਂ ਦੁਆ ਬੇਨਤੀਆਂ ਯਿਸੂ ਨਾਸਰੀ ਦੇ ਪਵਿੱਤਰ ਨਾਮ 'ਚ ਅਧੀਨ ਹੋ ਕੇ ਮੰਗਦੇ ਹਾਂ। ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ ਖੁਦਾਵੰਦ ਦਾ ਜਲਾਲ ਸਦਾ ਤੁਹਾਡੇ ਨਾਲ ਬਣਿਆ ਰਹੇ। ਆਮੀਨ।